मैं शुरुआत अज मैं बीबा जी तो ही करना चाहूँगा। तो बीबा जी अपनी कविता पेश करनगे सारे तो पहला। ਅਸੀਂ ਜਿਉਂਦੇ ਸਾਨੂੰ ਸੁਰਤੀ ਆਈ ਆ, ਅਸੀਂ ਜਿਹੜਾ ਵੀ ਕਿੱਤਾ ਚੁਣਿਆ ਪਿੱਛੇ ਮੁੜ ਕੇ ਨਹੀਂ ਦੇਖਿਆ। ਲੋਕ ਅਸੀਂ ਰੋਜ਼ ਅਸੀਂ ਲੱਖਾਂ ਲੋਕਾਂ ਦੇ ਦਿਲ ਜਿੱਤ ਕੇ ਆਉਨੇ ਆ, ਪਰ ਸਾਡੇ ਅੰਦਰ ਕੀ ਧੁਖਦਾ ਇਹ ਨਹੀਂ ਕਿਸੇ ਨੂੰ ਪਤਾ। ਹਰ ਵੇਲੇ ਹਰ ਘੜੀ, ਹਰ ਵੇਲੇ ਹਰ ਘੜੀ, ਹਰ ਮੌਸਮ ਮੇਰੀਆਂ ਰਾਹਾਂ 'ਚ ਛੁਰੀਆਂ ਗੱਡਣਾ ਆਦਤ ਜੇ ਤੇਰੀ ਖਾਸ ਹੈ। ਨੰਗੀਆਂ ਤਲਵਾਰਾਂ ਦੀਆਂ ਤਿੱਖੀਆਂ ਧਾਰਾਂ ਤੇ ਪੈਦਲ ਤੁਰਨ ਦਾ ਮੈਨੂੰ ਵੀ ਬੜਾ ਅਭਿਆਸ ਹੈ। ਨੰਗੀਆਂ ਤਲਵਾਰਾਂ ਦੀਆਂ ਤਿੱਖੀਆਂ ਧਾਰਾਂ ਤੇ ਪੈਦਲ ਤੁਰਨ ਦਾ ਮੈਨੂੰ ਵੀ ਬੜਾ ਅਭਿਆਸ ਹੈ। ਬੜੀ ਭਿਆਨਕ ਸੀ ਹਨੇਰੀਆਂ ਰਾਤਾਂ 'ਚ ਕੰਡਿਆਂ ਤੇ ਤੁਰਨ ਦੀ ਦਾਸਤਾਂ। ਬੜੀ ਭਿਆਨਕ ਸੀ ਹਨੇਰੀਆਂ ਰਾਤਾਂ 'ਚ ਕੰਡਿਆਂ ਤੇ ਤੁਰਨ ਦੀ ਦਾਸਤਾਂ। ਤੁਰਦਿਆਂ ਕੁਛ ਪੈਰਾਂ 'ਚ ਪੁੜ ਗਏ, ਚੁਗਦਿਆਂ ਕੁਛ ਪੋਟਿਆਂ 'ਚ ਲੈ ਗਏ, ਤੇ ਲੱਭਦਿਆਂ ਕੁਛ ਅੱਖਾਂ ਨੂੰ ਲੈ ਗਏ। ਲਹੂ ਲੁਹਾਨ ਹੋਈ ਵੀ, ਲਹੂ ਲੁਹਾਨ ਹੋਈ ਵੀ, ਪਿੰਡੋ ਪਿੰਡ ਸ਼ਹਿਰੋ ਸ਼ਹਿਰ ਜ਼ਿੰਦਗੀ ਦਾ ਹੋਕਾ ਦਿੰਦੀ ਰਹੀ। ਲਹੂ ਲੁਹਾਨ ਹੋਈ ਵੀ, ਪਿੰਡੋ ਪਿੰਡ ਸ਼ਹਿਰੋ ਸ਼ਹਿਰ ਜ਼ਿੰਦਗੀ ਦਾ ਹੋਕਾ ਦਿੰਦੀ ਰਹੀ। ਮੇਰੀ ਇਸ ਉਜਾੜ ਤੇ ਵੀਰਾਨ ਜ਼ਿੰਦਗੀ ਵਿੱਚ ਕੋਈ ਜੁਗਣੂ ਬਣ ਕੇ ਆਇਆ ਤਾਂ ਮੈਂ ਭਰੋਸੇ ਨਾਲ ਵਫਾ ਕਰਾਂਗੀ। ਮੇਰੀ ਇਸ ਉਜਾੜ ਤੇ ਵੀਰਾਨ ਜ਼ਿੰਦਗੀ ਵਿੱਚ ਕੋਈ ਜੁਗਣੂ ਬਣ ਕੇ ਆਇਆ ਤਾਂ ਮੈਂ ਭਰੋਸੇ ਨਾਲ ਵਫਾ ਕਰਾਂਗੀ। ਅਸੀਂ ਆਪਣੇ ਹਿੱਸੇ ਦੇ ਚਾਨਣ ਲਈ ਕਿਆਮਤ ਤੱਕ ਲੜਾਂਗੇ। ਅਸੀਂ ਆਪਣੇ ਹਿੱਸੇ ਦੇ ਚਾਨਣ ਲਈ ਕਿਆਮਤ ਤੱਕ ਲੜਾਂਗੇ। ਜਿੱਤ ਹਾਰ ਦੇ ਸਿੱਟਿਆਂ ਤੋਂ ਬੇਖਬਰ ਹੋ ਕੇ, ਜਿੱਤ ਹਾਰ ਦੇ ਸਿੱਟਿਆਂ ਤੋਂ ਬੇਖਬਰ ਹੋ ਕੇ, ਜਿੱਤ ਹਾਰ ਦੇ ਸਿੱਟਿਆਂ ਤੋਂ ਬੇਖਬਰ ਹੋ ਕੇ। ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਬਗੀਚਾ, ਕਿਉਂਕਿ ਥੀਏਟਰ ਸਾਡੇ ਇੱਥੇ ਪਿੱਛੇ ਰਹਿ ਗਿਆ ਸੀ, ਖਾਸ ਕਰ ਫਗਵਾੜੇ 'ਚ ਕਿਸੇ ਟਾਈਮ 'ਤੇ ਰਿਹਾ ਇੱਥੇ ਥੀਏਟਰ। ਔਰ ਸਾਡੇ ਥੀਏਟਰ ਬਣਿਆ ਬਾਹਰ, ਉਹ ਬੰਦ ਕਰਕੇ ਰੱਖਿਆ ਆ, ਜਿਹੜਾ ਕਿ ਉਹਦਾ 10,000 ਰੁਪਈਆ ਇੱਕ ਸ਼ੋਅ ਦਾ ਮੰਗਦੇ ਆ। ਉਹ ਕੋਈ ਵੀ ਦੇ ਨਹੀਂ ਸਕਦਾ, ਕੋਈ ਵੀ ਕਲਾਕਾਰ। ਇੱਥੇ 20 ਕਲਾਕਾਰ ਸੀਗੇ, ਉਹ ਸਾਰੇ ਇਸੇ ਕਰਕੇ ਇੱਧਰ ਉੱਧਰ ਭੱਜ ਗਏ ਵੀ ਕਿਤੇ ਅਸੀਂ ਕਰ ਹੀ ਨਹੀਂ ਸਕਦੇ। ਅਤੇ ਹੁਣ ਮੈਂ ਆਪਣੇ ਦੋਸਤ ਸ਼ੀਤਲ ਰਾਮ ਬੰਗਾ ਜੀ ਨੂੰ ਬੇਨਤੀ ਕਰੂੰਗਾ। ਇਹ ਬੜੀ ਤੇਜ਼ੀ ਨਾਲ ਲਿਖ ਰਹੇ ਆ, ਮੇਰਾ ਖਿਆਲ ਹਰ ਰੋਜ਼ ਇੱਕ ਕਵਿਤਾ ਲਿਖ ਦਿੰਦੇ ਆ। ਅਤੇ ਮੇਰੇ ਨਾਲ ਤਕਰੀਬਨ ਸਾਂਝੀਆਂ ਹੁੰਦੀਆਂ ਰਹੀਆਂ ਬਹੁਤੀਆਂ ਕਵਿਤਾਵਾਂ ਇਹਨਾਂ ਦੀਆਂ। ਬਸ ਲਿਖਦੇ ਆ, ਉਹਨੂੰ ਕਈ ਵਾਰੀ ਸੋਚਦੇ ਆ। ਅੱਜ ਜੇ ਉਹਨੂੰ ਲਿਖ ਕੇ ਮੈਨੂੰ ਭੇਜਿਆ ਅਤੇ ਦੂਜੇ ਤੀਜੇ ਦਿਨ ਇਹਨਾਂ ਨੇ ਕਹਿਣਾ ਇਹਦਾ ਨਵਾਂ ਵਰਜਨ ਹੈ, ਇਹ ਤੁਸੀਂ ਦੇਖਿਓ ਜਰਾ, ਇਹਦੇ ਬਾਰੇ ਗੱਲ ਕਰਿਓ। ਬਹੁਤ ਮਿਹਨਤ ਕਰਦੇ ਆ। ਅਤੇ ਹੁਣ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਆਪਣੀ ਕੋਈ ਤਾਜ਼ਾ ਕਵਿਤਾ ਸੁਣਾ ਦੇਣ। ਸਤਿਕਾਰਯੋਗ ਸਾਥੀਓ, ਮੈਂ ਪਹਿਲਾਂ ਆਪਣੀ ਹੋਂਦ ਦੀ ਗੱਲ ਕਰਨ ਲੱਗਾ। ਮੈਨੂੰ ਚੇਟਕਤਾ ਸੀਗੀ ਜਦੋਂ ਅਸੀਂ ਪਿੰਡ ਰਹਿੰਦੇ ਸੀਗੇ, ਪਰ ਇੰਨੀ ਸੂਝੀ ਨਹੀਂ ਸੀਗੀ। ਇਹ ਫਗਵਾੜੇ ਦੀ ਧਰਤੀ ਨੂੰ ਮਾਣ ਜਾਂਦਾ ਕਿ ਜਿਸ ਨੇ ਜੋ ਚੋਟ ਸਾਹਿਬ ਨੇ ਮੇਰੀ ਇੱਕ ਸਿਫਤ ਹੀ ਕੀਤੀ ਆ, ਮੈਂ ਇਹ ਤੋਂ ਮੁਨੱਕਰ ਨਹੀਂ ਹਾਂ। ਮੈਨੂੰ ਕਿਸੇ ਨੇ ਕਿਹਾ ਵੀ ਆਪਣੇ ਨਾਲ ਖਾਨਪੁਰੀ ਜੋੜ। ਮੈਂ ਕਿਹਾ ਮੈਂ ਜੋੜ ਤਾਂ ਸਕਦਾ, ਪਰ ਜਿਹੜੀ ਫਗਵਾੜੇ ਨੇ ਮੈਨੂੰ ਦੇਣ ਦਿੱਤੀ ਆ, ਮੈਂ ਇਹ ਤੋਂ ਵੀ ਮੁੱਕਰਦਾ ਨਹੀਂ। ਹੁਣ ਕਵਿਤਾਵਾਂ ਤਾਂ ਕਈ ਆ। ਪਹਿਲਾਂ ਮੈਂ ਚਾਹੁੰਦਾ ਵੀ ਆਪਾਂ ਸਾਵਣ ਦੇ ਮਹੀਨੇ ਇਕੱਠੇ ਹੋਏ ਆ ਤੇ ਇੱਥੇ ਦੀ ਆਪਾਂ ਹੀ ਗੱਲ ਕਰੀਏ। ਨਜ਼ਮ ਹੈ, ਸੋਚ ਸੋਚ ਕੇ ਕਲਮ ਚੁੱਕੀ, ਸਾਵਣ ਦਾ ਗੁਣਗਾਨ ਲਿਖਾਂ। ਵਰਦੇ ਬੱਦਲ ਗਾਉਂਦੀ ਕੁਦਰਤ, ਸ਼ੁਭ ਸ਼ੁਭ ਵਿਖਿਆਨ ਲਿਖਾਂ। ਕੀਟ ਪਤੰਗਾਂ ਟਿੱਡੇ ਜੁਗਨੂਆਂ ਦਾ ਚਾਨਣ ਬਾਜ਼ਾਰ ਲਿਖਾਂ। ਚੀਜ਼ ਵਹੁਟੀਆਂ ਪੀਲੇ ਡੱਡੂ, ਗੜੈ ਗੜੈ ਹੁੱਲੜ ਸਾਕਾਰ ਲਿਖਾਂ। ਰੱਜੀ ਧਰਤੀ ਤੀਆਂ ਤਰਿੰਜਣ, ਹਾਸਿਆਂ ਦੀ ਟੁਣਕਾਰ ਲਿਖਾਂ। ਫਸਲਾਂ ਝੂਮਣ ਨੱਚਦੇ ਮੋਰ, ਕੁਦਰਤ ਦਾ ਸ਼ੁਕਰ ਗੁਜ਼ਾਰ ਲਿਖਾਂ। ਸੱਤ ਰੰਗੀ ਫੁਲਕਾਰੀ ਓੜੀ, ਸੱਤ ਰੰਗੀ ਫੁਲਕਾਰੀ ਓੜੀ ਕੁਦਰਤ, ਸ਼ੁਭ ਸ਼ੁਭ ਐਲਾਨ ਲਿਖਾਂ। ਅੰਨ ਧਨ ਦੀ ਤੋਟ ਨਹੀਂ ਰਹਿਣੀ,
ਇਹ ਰੱਬੀ ਫਰਮਾਨ ਲਿਖਾਂ, ਸੋਚ ਸੋਚ ਕੇ ਕਲਮ ਚੁੱਕੀ, ਸਾਵਣ ਦਾ ਗੁਣਗਾਨ ਲਿਖਾਂ, ਵਰਦੇ ਬੱਦਲ ਗਾਉਂਦੀ ਕੁਦਰਤ, ਸ਼ੁਭ ਸ਼ੁਭ ਵਿਖਿਆਨ ਲਿਖਾਂ, ਸ਼ੁਭ ਸ਼ੁਭ ਵਿਖਿਆਨ। ਬਹੁਤ ਬਹੁਤ ਧੰਨਵਾਦ ਸੀਤਲ ਰਾਮ ਜੀ। ਇਹਨਾਂ ਤੋਂ ਅੱਗੇ ਮੈਂ ਬੇਨਤੀ ਕਰਾਂਗਾ ਮਧੋਜ ਜੀ, ਅਮਰੀਕ ਸਿੰਘ ਮਧੋਜ ਜੀ, ਜਿਹੜੇ ਕਿ ਗੁਰਾਇਆਂ ਨਾਲ ਸੰਬੰਧ ਰੱਖਦੇ ਆ ਤੇ ਉੱਥੇ ਆਪਣੀ ਸਭਾ 'ਚ ਬਹੁਤ ਕੰਮ ਕਰਦੇ ਰਹੇ ਆ ਤੇ ਸਾਡੀਆਂ ਸਭਾਵਾਂ 'ਚ ਵੀ ਬਹੁਤ ਦੇਰ ਤੋਂ ਇਹ ਆਉਂਦੇ ਆ ਤੇ ਬਹੁਤ ਅੱਛਾ ਲਿਖਦੇ ਆ। ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਆਪਣੀ ਕਵਿਤਾ ਸਾਡੇ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਿੰਡਰ ਸਾਹਿਬ ਹੁਣੀ ਹਰ ਸਾਲ ਸਾਵਣ 'ਤੇ ਕਵੀ ਦਰਬਾਰ ਕਰਾਉਂਦੇ ਆ, ਬਹੁਤ ਵਧੀਆ ਗੱਲ ਆ। ਪਰ ਮੈਂ ਜਿਹੜਾ ਸਾਵਣ ਲੈ ਕੇ ਆਇਆ ਉਹ ਖੀਰ ਪੂੜਿਆਂ ਵਾਲਾ ਸਾਵਣ ਨਹੀਂ, ਉਹ ਤੇ ਤਹਾਂ ਮਾਰਦਾ ਸਾਵਣ ਹੈ, ਵੱਢ ਵਢਾਂਗਿਆਂ ਵਾਲਾ ਬਲਾਤਕਾਰਾਂ ਦਾ ਸਾਵਣ ਮੈਂ ਪੇਸ਼ ਕਰਨ ਜਾ ਰਿਹਾ। ਬਾਗੇ ਦੀ ਲਕੀਰ ਨੂੰ ਮੇਰੀ ਕਲਮ ਨੇ ਲਾਹਨਤਾਂ ਪਾਈਆਂ, ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਨੀ ਸੁਣ ਬਾਗੇ ਦੀ ਇਹ ਲਕੀਰ, ਆਪੋ ਵਿੱਚ ਲੜਾਏ ਵੀਰੇ। ਨੀ ਸੁਣ ਬਾਗੇ ਦੀ ਇਹ ਲਕੀਰ, ਆਪੋ ਵਿੱਚ ਲੜਾਏ ਵੀਰੇ। ਨੀ ਤੈਂ ਹੱਥੀਂ ਲਾਹੇ ਕਲੀਰੇ, ਸੱਜ ਵਿਆਈਆਂ ਨਾਰਾਂ ਦੇ। ਨੀ ਮੈਂ ਕਿੱਸੇ ਖੋਲ ਸੁਣਾਵਾਂ, ਅੱਜ ਬੇਦੋਸ਼ੀਆਂ ਮਾਰਾਂ ਦੇ। ਨੀ ਮੈਂ ਕਿੱਸੇ ਖੋਲ ਸੁਣਾਵਾਂ, ਅੱਜ ਬੇਦੋਸ਼ੀਆਂ ਮਾਰਾਂ ਦੇ। ਚੰਦਰੀ ਰੁੱਤ ਸਾਵਣ ਦੀ ਆਈ, ਚੰਦਰੀ ਰੁੱਤ ਸਾਵਣ ਦੀ ਆਈ, ਲੈ ਗਈ ਰੋੜ ਕੇ ਸਭ ਲੁਕਾਈ। ਚਿੱਤ ਕਰ ਕਰ ਹੰਝੂ ਵਗਦੇ, ਮਾਣੀਆਂ ਮੌਜ ਬਹਾਰਾਂ ਦੇ। ਨੀ ਮੈਂ ਕਿੱਥੇ ਖੋਲ ਸੁਣਾਵਾਂ, ਅੱਜ ਵਿਦੋਸ਼ੀਆਂ ਮਾਰਾਂ ਦੇ। ਧਰਤੀ ਨਾਲ ਖੂਨ ਦੇ ਰੰਗੀ, ਬੀਜੇ ਫੁੱਟਦੇ ਬੀਜ ਫਿਰੰਗੀ। ਬੱਟੇ ਬੇੜੀਆਂ ਦੇ ਵਿੱਚ ਪੈ ਗਏ ਸੀ, ਗੋਰੇ ਬਦਕਾਰਾਂ ਦੇ। ਨੀ ਮੈਂ ਕਿੱਥੇ ਖੋਲ ਸੁਣਾਵਾਂ, ਅੱਜ ਵਿਦੋਸ਼ੀਆਂ ਮਾਰਾਂ ਦੇ। ਗੱਭਰੂ ਪੁੱਤ ਜਿਨ੍ਹਾਂ ਦੇ ਮਰ ਗਏ, ਦੁੱਖ ਦੀ ਧੂਣੀ ਵਾਂਗੂ ਸੜ ਗਏ। ਕਿਹੜਾ ਛਿੱਟੇ ਮਾਰੂ ਆ ਕੇ ਠੰਡੀਆਂ ਸੀਤ ਫੁਹਾਰਾਂ ਦੇ। ਨੀ ਮੈਂ ਕਿੱਥੇ ਖੋਲ ਸੁਣਾਵਾਂ, ਅੱਜ ਵਿਦੋਸ਼ੀਆਂ ਮਾਰਾਂ ਦੇ। ਨਾਲ ਬਲਦੇਵ ਰਾਜ ਕੋਮਲ ਜੀ ਗਜ਼ਲਕਾਰ ਸ਼ਾਮਲ ਹੋਏ ਆ ਤੇ ਗਮਨੂ ਜੀ ਸ਼ਾਮਲ ਹੋਏ ਆ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਮੈਂ ਇਹ ਵੀ ਭੁੱਲ ਗਿਆ ਸੀ ਵੀ ਜਿਹੜੇ ਬੱਚੇ ਆਏ ਆ ਸਾਡੇ ਥੀਏਟਰ ਤੋਂ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ। ਤੇ ਹੁਣ ਮੈਂ ਬੇਨਤੀ ਕਰਦਾ ਗਮਨੂ ਜੀ, ਤੁਸੀਂ। ਪਿੱਪਲ ਦੇ ਪੱਤੇ ਆਵੇ, ਜਿੰਦ ਹੌਂਕੇ ਭਰਦੀ ਆ। ਪਿੱਪਲ ਦੇ ਪੱਤੇ ਆਵੇ, ਜਿੰਦ ਹੌਂਕੇ ਭਰਦੀ ਆ। ਮੰਦਰ ਤਾਂ ਸੋਨੇ ਦੇ, ਦੁਨੀਆ ਭੁੱਖੀ ਮਰਦੀ ਆ, ਦੁਨੀਆ ਭੁੱਖੀ ਮਰਦੀ ਆ। ਪਿੱਪਲ ਦੇ ਪੱਤੇ ਆਵੇ, ਇਹ ਚੰਦ ਕੀ ਚਾੜ ਰਹੇ। ਪਿੱਪਲ ਦੇ ਪੱਤੇ ਆਵੇ, ਇਹ ਚੰਦ ਕੀ ਚਾੜ ਰਹੇ। ਬੰਬ ਗੱਡੀਆਂ 'ਚ ਰੱਖ ਰੱਖ ਕੇ ਬੇਦੋਸ਼ੇ ਮਾਰ ਰਹੇ। ਬੰਬ ਗੱਡੀਆਂ 'ਚ ਰੱਖ ਰੱਖ ਕੇ ਬੇਦੋਸ਼ੇ ਮਾਰ ਰਹੇ। ਪਿੱਪਲ ਦੇ ਪੱਤੇ ਆਵੇ, ਇਹ ਚੰਦ ਕੀ ਚਾੜ ਰਹੇ। ਪਿੱਪਲ ਦੇ ਪੱਤੇ ਆਵੇ, ਇਹ ਚੰਦ ਕੀ ਚਾੜ ਰਹੇ। ਇਨਸਾਨਾਂ ਨੂੰ ਛੱਡ ਕੇ ਕੁੱਤਿਆਂ ਨੂੰ ਪਾਲ ਰਹੇ, ਕੁੱਤਿਆਂ ਨੂੰ ਪਾਲ ਰਹੇ। ਪਿੱਪਲ ਦੇ ਪੱਤੇ ਆਵੇ, ਸੱਚੀ ਗੱਲ ਰੁਕਦੀ ਨਾ। ਇਹ ਕਲਮ ਕਮਲ ਦੀ ਹੈ, ਗੋਲੀ ਅੱਗੇ ਰੁਕਦੀ ਨਾ, ਗੋਲੀ ਅੱਗੇ ਰੁਕਦੀ ਨਾ। ਤੇ ਹੁਣ ਇਹ ਜਿਹੜੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਲਾਂ ਵੀ ਇਹ ਜਿਹੜਾ ਪ੍ਰੋਗਰਾਮ ਹੋ ਰਿਹਾ, ਜਿਹੜਾ ਕਵੀ ਦਰਬਾਰ ਹੋ ਰਿਹਾ, ਇਹ ਸਾਹਿਤ ਸਭਾ ਦੁਸਾਂਝ ਕਲਾਂ ਤੇ ਅਦਬੀ ਸਾਗਰ ਬੇਰਕ, ਸਾਹਿਤ ਸਭਾ ਅਰਬਨ ਸਟੇਟ ਫਗਵਾੜਾ, ਇਹ ਤਿੰਨਾਂ ਵੱਲੋਂ ਹੀ ਹੋ ਰਿਹਾ। ਤੇ ਮੈਂ ਜਿਹੜੀ ਹੈ ਉਹਦੇ ਕਰਤਾ ਧਰਤਾ ਘਣਸ਼ਾਮ ਜੀ ਬਾਹਰੋਂ ਆਏ ਆ ਤੇ ਇਹਨਾਂ ਤੋਂ ਅੱਜ ਆਪਾਂ ਬਾਹਰ ਦੀਆਂ ਗੱਲਾਂ ਸੁਣਾਂਗੇ ਵੀ ਕੀ ਉੱਥੇ ਤਜਰਬੇ ਲੈ ਕੇ ਆਏ ਆ, ਕੀ ਐਕਸਪੀਰੀਅੰਸ ਕਰਕੇ ਆਏ ਆ। ਤੇ ਮੈਂ ਅਰਬਨ ਸਟੇਟ ਫਗਵਾੜਾ ਵੱਲੋਂ ਸਾਡੇ ਨੁਮਾਇੰਦੇ ਡਾਕਟਰ ਤਰਲੋਕ ਸਿੰਘ ਜੀ, ਇਹਨਾਂ ਨੂੰ ਬੇਨਤੀ ਕਰਦਾ। ਸਾਵਣ ਤੇ ਆ, ਤੂੰ ਵੀ ਤਾਂ ਆਪ ਪਰਦੇਸੀਆ, ਸਾਵਣ ਸੁਹਾਨਾ ਆ ਗਿਆ। ਸ਼ਿਵ ਕੁਮਾਰ ਬਟਾਲਵੀ, ਤੂੰ ਵੀ ਤਾਂ ਆਪ ਪਰਦੇਸੀਆ,
ਸਾਵਣ ਸੁਹਾਨਾ ਆ ਗਿਆ। 25-30 ਸਾਲ ਤੋਂ ਬੜੀ ਟਰਾਈ ਕੀਤੀ ਵੀ ਮੈਂ ਪਿੰਡ ਸਾਹਿਬ ਮੈਨੂੰ ਚੇਲਾ ਬਣਾ ਲਓ, ਬਾਸੂ ਜੀ ਮੈਨੂੰ ਬਣਾ ਲਓ, ਟੈਕਨੀਕ ਦੱਸੋ ਕਵਿਤਾ ਕਿੱਦਾਂ ਲਿਖਣੀ ਹੈ। ਨਹੀਂ ਆਉਂਦੀ, ਕੀ ਕਰੀਏ, ਉਹ ਜਾਣਤੇ ਹੀ ਹੋਣਗੇ। ਇਹਦੇ ਤੇ ਆ ਜਿਹੜੇ ਮੈਂ ਮਿੰਨਤਾਂ ਕਰੀ ਜਾਂਦਾ ਚੋਰ ਸਾਹਿਬ ਦੀਆਂ, ध्यान करो, काबिल गौर है लफ्ज कलवंत। वो जानते ही होंगे मजबूरियां हमारी, हम उनको देखते हैं हसरत भरी नजर से। वो जानते ही होंगे मजबूरियां हमारी को, मैंने कविता बनाया नहीं इन्होंने, हम उनको देखते हैं हसरत भरी नजर से। जिस तरह साडे नाल संधू साहब बैठे आ, कोमल जी नूं तां चलो कोमल जी दी वारी आउणी है। मैं ये सोचदा सी भी ਇਹ ਬਾਅਦ ਚ ਆਪਣਾ ਪ੍ਰਧਾਨਗੀ ਭਾਸ਼ਣ ਬਾਅਦ ਚ ਕਰ ਲੈਣਗੇ, ਉੱਥੇ ਕਰਾਵਾਂਗੇ ਇਹਨਾਂ ਤੋਂ, ਪਰ ਕਵਿਤਾ ਪਹਿਲਾਂ ਸੁਣਾ ਦੇਣਾ ਸਾਨੂੰ, ਕਿਉਂਕਿ ਮੈਂ ਇਹ ਦੇਖਿਆ ਵੀ ਜਿਹੜਾ ਪ੍ਰਧਾਨਗੀ ਮੰਡਲ 'ਚ ਬੈਠਾ ਹੁੰਦਾ ਉਹਦੀ ਕਵਿਤਾ ਰੁਲ ਜਾਂਦੀ ਆ ਆਮ ਕਰਕੇ ਸਾਰੇ ਪ੍ਰੋਗਰਾਮਾਂ 'ਚ। ਮੈਂ ਦੇਖੀ ਇਹ ਗੱਲ, ਇਸ ਕਰਕੇ ਕਵਿਤਾ ਇਹਨਾਂ ਤੋਂ ਪਹਿਲਾਂ ਸੁਣ ਲੈਂਦੇ ਆ, ਇਹਨਾਂ ਦਾ ਜਿਹੜਾ ਪ੍ਰਧਾਨਗੀ ਭਾਸ਼ਣ ਉਹ ਬਾਅਦ ਚ ਕਰਵਾ ਲਾਂਗੇ। ਕੋਮਲ ਜੀ ਨੂੰ ਇਹਨਾਂ ਤੋਂ ਬਾਅਦ ਟਾਈਮ ਦਿੰਦੇ ਆ। ਆ ਲਓ ਜੀ। ਮੈਂ ਅੱਜ ਲੱਭੀ ਤਾਂ ਸੀਗੀ, ਚਾਹੇ ਤੁਸੀਂ ਗੁਰੂ ਸਾਹਿਬਾਨ ਦਾ ਦੇਖ ਲਓ, ਸਾਵਣ ਸਰਸ ਮਨਾ ਵਾਲੀ ਸ਼ਬਦ, ਚਾਹੇ ਗੁਰੂ ਅਰਜਨ ਦੇਵ ਜੀ ਵਾਲਾ ਹੈਗਾ, ਤੇ ਉਹਦੇ ਵਿੱਚ ਅਸੀਂ ਦੇਖਿਆ ਕਿ ਵੀ ਇਹਦੇ ਦੋ ਰੰਗ ਹੈਗੇ ਆ ਸ਼ਿੰਗਾਰ ਦੇ, ਜਾਂ ਬਿਰਹਾ ਹੈਗਾ ਤੇ ਜਾਂ ਸੰਜੋਗ ਹੈਗਾ, ਜਿਹਨੂੰ ਮਿਲਾਪ ਕਹਿੰਦੇ ਆ। ਸੰਜੋਗ ਦੇ ਵਿੱਚ ਤਾਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਲੁੱਡੀਆਂ ਪੈਂਦੀਆਂ, ਫਿਰ ਕੋਈ ਚੇਤੇ ਨਹੀਂ ਰਹਿੰਦਾ ਹੈਗਾ। ਜਿੱਦਾਂ ਆਪਾਂ ਨੂੰ ਜ਼ਿਕਰ ਕਵਿਤਾਵਾਂ 'ਚ ਮਿਲਦਾ ਜੀ, ਘਰ ਘਰ ਖੀਰਾਂ ਪੂੜੇ ਰਿੱਝਦੇ ਹੈਗੇ ਆ, ਪਰ ਵਿਯੋਗ ਦੇ ਵਿੱਚ ਮੈਂ ਦੇਖਿਆ ਵੀ ਕੋਈ ਸਹਿਜੇ ਕੀਤੇ ਦੇੜੇ ਨਹੀਂ ਆਉਂਦਾ ਹੈਗਾ। ਤੇ ਮੈਂ ਉਹ ਬਿਰਹਨ ਦੇ ਉੱਤੇ ਇੱਕ ਗਜ਼ਲ ਬਣਾਈ ਸੀਗੀ, ਇਹਦਾ ਰੰਗ ਵੀ ਸਾਰੇ ਦਾ ਸਾਰਾ ਜਿਹੜਾ ਨਾ ਉਹ ਬਿਰਹਾ ਦਾ ਹੈਗਾ, ਕਿ ਬਿਰਹਨ ਦੇ ਰੰਗ ਦੇ ਵਿੱਚ ਰੰਗੇ, ਜੇ ਮੈਨੂੰ ਹੁਣ ਲੱਭ ਪਵੇ ਤਾਂ ਲੱਭ ਗਈ। ਬੀਬਾ ਜੀ ਇੱਕ ਸ਼ੇਰ ਬੜੀ, ਉਹ ਜਿਹੜੀ ਗਜ਼ਲ ਹੈ ਨਾ ਬਹੁਤ, ਕਿ ਜੀਵਨ ਵਿੱਚ ਮੈਂ ਕੀ ਖੋਇਆ ਕੀ ਪਾਇਆ ਹੈ, ਇਸ ਗੱਲ ਮੈਨੂੰ ਮੁੜ ਮੁੜ ਸੋਚਣ ਲਾਇਆ ਹੈ। ਉਹਦਾ ਇੱਕ ਸ਼ੇਰ ਵੀ ਹੈ ਨਾ ਜਿਹੜਾ ਬਿਰਹਨ ਦੇ ਨਾਲ ਸੰਬੰਧਿਤ ਹੈ, ਕਿ ਬਿਰਹਨ ਨੇ ਭਰਿਆ ਹੋਣਾ ਹੌਕਾ ਤਾਹੀਂ, ਬਿਰਹਨ ਨੇ ਭਰਿਆ ਹੋਣਾ ਹੌਕਾ ਤਾਹੀਂ, ਤੱਤਾ ਤੱਤਾ ਬਾਦਾ ਬੁੱਲਾ ਆਇਆ। ਉਹ ਗਜ਼ਲ ਅੱਜ ਮੈਨੂੰ ਲੱਗਦਾ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਨੂੰ ਬਣਾ ਇਸ ਮਹਿਫਲ ਦੇ ਵਿੱਚ ਇੱਕ ਪੂਰੀ ਦੀ ਪੂਰੀ ਗਜ਼ਲ ਤੁਹਾਡੇ ਨਾਲ ਸਾਂਝੀ ਕਰਨ ਦਾ ਮੌਕਾ ਮਿਲ ਰਿਹਾ। ਹਰ ਪਲ ਦਰਦ ਹੰਢਾਏ ਬਿਰਹਨ, ਬਿਰਹੋਂ ਵਿੱਚ ਕੁਰਲਾਏ ਬਿਰਹਨ। ਹਰ ਪਲ ਦਰਦ ਹੰਢਾਏ ਬਿਰਹਨ, ਬਿਰਹੋਂ ਵਿੱਚ ਕੁਰਲਾਏ ਬਿਰਹਨ। ਆ ਸ਼ੇਰ ਦੇਖਣਾ ਜਰਾ ਕਿ ਪਿੰਡਰ ਜੀ, ਤਨ ਦੀ ਖੇਡ 'ਚ ਮੱਚਦੀ ਮੱਚਦੀ, ਤਨ ਦੀ ਖੇਡ 'ਚ ਮੱਚਦੀ ਮੱਚਦੀ, ਮਨ ਦੀ ਪੀੜ ਹੰਢਾਏ ਬਿਰਹਨ। ਉਹਦੇ ਠੰਡੇ ਮੌਸਮ ਵਿੱਚ, ਉਹਦੇ ਠੰਡੇ ਮੌਸਮ ਵਿੱਚ ਵੀ ਆਪਣੇ ਹੋਂਠ ਜਲਾਏ ਬਿਰਹਨ। ਸੂਹਾ ਰੰਗ ਖੁਰੀ ਹੈ ਜਾਂਦਾ, ਸੂਹਾ ਰੰਗ ਖੁਰੀ ਹੈ ਜਾਂਦਾ, ਮੁਰਝਾਉਂਦੀ ਹੀ ਜਾਏ ਬਿਰਹਨ। ਉਸਦੇ ਨੈਣਾ ਵਿੱਚ ਤੱਕ ਸੰਧੂ, ਤੈਨੂੰ ਕੁਝ ਸਮਝਾਏ ਬਿਰਹਨ। ਉਹ ਹਰ ਪਲ ਦਰਦ ਹੰਢਾਏ ਬਿਰਹਨ, ਬਿਰਹੋਂ ਵਿੱਚ ਕੁਰਲਾਏ ਬਿਰਹਨ। ਬਹੁਤ ਬਹੁਤ ਧੰਨਵਾਦ ਜੀ। ਤੇ ਮੈਂ ਇਸ ਤੋਂ ਪਹਿਲਾਂ ਕਿ ਮੈਂ ਕੋਮਲ ਜੀ ਨੂੰ ਬੇਨਤੀ ਕਰਾਂ ਵੀ ਆਪਣੀ ਗਜ਼ਲ ਸੁਣਾਉਣ, ਉਸ ਤੋਂ ਪਹਿਲਾਂ ਮੈਂ ਤਾਂ ਆਪਣੇ ਵੈਲਕਮ ਕਰਨਾ ਚਾਹੁੰਦਾ ਦਰਦੀ ਸਾਹਿਬ ਦਾ, ਸਾਡੇ ਸ਼ਾਮਲ ਹੋਏ ਆ, ਤੇ ਕੰਡਾ ਸਾਹਿਬ ਸਾਡੇ ਪ੍ਰਧਾਨ ਜਿਹੜੇ ਹੈਗੇ ਇਹ ਵੀ, ਤੇ ਦਵਿੰਦਰ ਸਿੰਘ ਜੀ। ਇਹ ਭਾਵੇਂ ਕਵਿਤਾ ਨਹੀਂ ਲਿਖਦੇ ਪਰ ਸੁਣਨ ਦਾ ਬੜਾ ਸ਼ੌਕ ਰੱਖਦੇ ਆ, ਤੇ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਸਾਡਾ ਹੌਸਲਾ ਵਧਾਉਂਦੇ ਆ, ਤੇ ਇਹਨਾਂ ਦਾ ਬਹੁਤ ਬਹੁਤ ਵੈਲਕਮ ਹੈ। ਤੇ ਹੁਣ ਮੈਂ ਬੇਨਤੀ ਕਰਦਾ ਕੋਮਲ ਜੀ। ਹਾਂਜੀ, ਹਾਜ਼ਰੀ ਨੂੰ ਇੱਕ ਗਜ਼ਲ ਰਾਹੀਂ ਤੁਹਾਡੀ ਜੋ ਹਾਜ਼ਰੀ ਲਵਾਵਾਂਗਾ ਮੈਂ। ਆਮ ਕਰਕੇ ਕਿਹਾ ਜਾਂਦਾ ਭਈ
ਸ਼ੌਕ ਕਦੀ ਮਰਦੇ ਨਹੀਂ। ਪਰ ਮੇਰੀ ਧਾਰਨਾ ਆ ਕਿ ਜਦੋਂ ਭੁੱਖ ਜਾਗਦੀ ਆ, ਭੁੱਖ ਜੀਂਦੀ ਹੁੰਦੀ ਆ, ਤਾਂ ਸ਼ੌਕ ਮਰ ਜਾਂਦੇ ਆ। ਔਰ ਇਸੇ ਨਜ਼ਰੀਏ ਨੂੰ ਮੈਂ ਮੁੱਖ ਰੱਖ ਕੇ ਗਜ਼ਲ ਲਿਖੀ ਆ। ਆਮ ਕਰਕੇ ਕਹਿੰਦੇ ਆ ਕਿ ਸ਼ੌਕ ਜਿਹੜੇ ਆ ਉਹ ਕਦੀ ਮਰਦਾ ਨਹੀਂ ਸ਼ੌਕ, ਪਰ ਜਦੋਂ ਬੰਦੇ ਦੀ ਭੁੱਖ ਆ ਜਿਹੜੀ ਉਹ ਸਤਾਉਂਦੀ ਆ ਉਹਨੂੰ, ਉਹਦੀਆਂ ਬੇਵਸੀਆਂ ਜਿਹੜੀਆਂ ਉਹ ਤੇ ਭਾਰੂਨੀਆਂ, ਤਾਂ ਉਹਦੇ ਸ਼ੌਕ ਵੀ ਮਰ ਜਾਂਦੇ ਆ। ਮੈਂ ਇਸ ਨਜ਼ਰੀਏ ਨਾਲ ਗਜ਼ਲ ਲਿਖੀ ਆ। ਹਾਂਜੀ, ਗਜ਼ਲ ਹੈ। ਰੋਇਆ ਕਿਉਂ ਵੇਖ ਕੇ ਮਜ਼ਾਰ ਮੇਰੇ ਸ਼ੌਕ ਦੀ, ਰੋਇਆ ਕਿਉਂ ਵੇਖ ਕੇ ਮਜ਼ਾਰ ਮੇਰੇ ਸ਼ੌਕ ਦੀ, ਮੇਰੇ ਸੀ ਨਸੀਬਾਂ ਵਿੱਚ ਹਾਰ ਮੇਰੇ ਸ਼ੌਕ ਦੀ, ਮੇਰੇ ਸੀ ਨਸੀਬਾਂ ਵਿੱਚ ਹਾਰ ਮੇਰੇ ਸ਼ੌਕ ਦੀ, ਜਿਹੜੀ ਮੇਰੇ ਜ਼ਖਮਾਂ ਨੂੰ ਨਿਤ ਆ ਪਲੋਸਦੀ, ਜਿਹੜੇ ਮੇਰੇ ਜ਼ਖਮਾਂ ਨੂੰ ਨਿਤ ਆ ਪਲੋਸਦੀ, ਪੁੱਛ ਲਈਓ ਪਾਉਣ ਕੋਲੋਂ ਸਾਰ ਮੇਰੇ ਸ਼ੌਕ ਦੀ, ਪੁੱਛ ਲਈਓ ਪਾਉਣ ਕੋਲੋਂ ਸਾਰ ਮੇਰੇ ਸ਼ੌਕ ਦੀ। ਸ਼ੇਰ ਹੈ ਕਿ ਜ਼ਿੰਦਗੀ ਦੇ ਰੰਗ ਫਿੱਕੇ ਪਾਏ ਮਜਬੂਰੀਆਂ, ਜ਼ਿੰਦਗੀ ਦੇ ਰੰਗ ਫਿੱਕੇ ਪਾਏ ਮਜਬੂਰੀਆਂ, ਖੁੰਡੀ ਕੀਤੀ ਗਰ ਜਾਣੇ ਤਾਰ ਮੇਰੇ ਸ਼ੌਕ ਦੀ, ਖੁੰਡੀ ਕੀਤੀ ਗਰ ਜਾਣੇ ਤਾਰ ਮੇਰੇ ਸ਼ੌਕ ਦੀ। ਰਾਜ ਜਿਹਨੂੰ ਦੱਸੇ ਸੀ ਮੈਂ ਰਾਜ਼ਦਾਰ ਜਾਣ ਕੇ, ਰਾਜ ਦੇ ਨੂੰ ਦੱਸੇ ਸੀ ਮੈਂ ਰਾਜ਼ਦਾਰ ਜਾਣ ਕੇ, ਉਹਨਾਂ ਛਾਪ ਦਿੱਤੀ ਅਖਬਾਰ ਮੇਰੇ ਸ਼ੌਕ ਦੀ, ਉਹਨਾਂ ਛਾਪ ਦਿੱਤੀ ਅਖਬਾਰ ਮੇਰੇ ਸ਼ੌਕ ਦੀ। ਸ਼ੇਰ ਹੈ। ਆਪਣੇ ਮੁਕੱਦਰਾਂ ਤੇ ਰੋਣਾ ਮੈਨੂੰ ਆ ਗਿਆ, ਆਪਣੇ ਮੁਕੱਦਰਾਂ ਤੇ ਰੋਣਾ ਮੈਨੂੰ ਆ ਗਿਆ, ਗੱਲ ਜਦੋਂ ਛੇੜੀ ਦਿਲਦਾਰ ਮੇਰੇ ਸ਼ੌਕ ਦੀ, ਗੱਲ ਜਦੋਂ ਛੇੜੀ ਦਿਲਦਾਰ ਮੇਰੇ ਸ਼ੌਕ ਦੀ। ਅਗਲਾ ਸ਼ੇਰ ਹੈ ਕਿ ਢਿੱਡੋਂ ਖੋਟੇ ਮਾਂਝੀਆਂ ਦੇ ਚੱਪੂ ਹੱਥ ਆ ਗਏ, ਢਿੱਡੋਂ ਖੋਟੇ ਮਾਂਝੀਆਂ ਦੇ ਚੱਪੂ ਹੱਥ ਆ ਗਏ, ਬੇੜੀ ਕਿੰਜ ਲੱਗਣੀ ਸੀ ਪਾਰ ਮੇਰੇ ਸ਼ੌਕ ਦੀ, ਬੇੜੀ ਕਿੰਜ ਲੱਗਣੀ ਸੀ ਪਾਰ ਮੇਰੇ ਸ਼ੌਕ ਦੀ। ਔਰ ਆਖਰੀ ਸ਼ੇਰ ਆ। ਕੋਮਲ ਨੂੰ ਜਦੋਂ ਦਾ ਮੈਂ ਬਾਰੀ ਥਾਣੀ ਵੇਖਿਆ, ਕੋਮਲ ਨੂੰ ਜਦੋਂ ਦਾ ਮੈਂ ਬਾਰੀ ਥਾਣੀ ਵੇਖਿਆ, ਸੂਹਾਂ ਲੈਂਦੀ ਫਿਰੇ ਸਰਕਾਰ ਮੇਰੇ ਸ਼ੌਕ ਦੀ, ਸੂਹਾਂ ਲੈਂਦੀ ਫਿਰੇ ਸਰਕਾਰ ਮੇਰੇ ਸ਼ੌਕ ਦੀ। ਰੋਇਆ ਕਿਉਂ ਵੇਖ ਕੇ ਮਜ਼ਾਰ ਮੇਰੇ ਸ਼ੌਕ ਦੀ, ਮੇਰੇ ਸੀ ਨਸੀਬਾਂ ਵਿੱਚ ਹਾਰ ਮੇਰੇ ਸ਼ੌਕ ਦੀ। ਕਿ ਮੈਂ ਅਗਲੇ ਕਵੀ ਨੂੰ ਸੱਦਾ ਦੇਵਾਂ ਆਪਣੀ ਕਵਿਤਾ ਲਈ। ਮੈਂ ਮੈਡਮ ਭਿੰਡਰ ਜੀ ਦਾ ਧੰਨਵਾਦ ਕਰਨਾ ਚਾਹੁੰਦਾ, ਜਿਨ੍ਹਾਂ ਨੇ ਭਿੰਡਰ ਸਾਹਿਬ ਨੂੰ ਆਗਿਆ ਦਿੱਤੀ ਵੀ ਕਵੀਆਂ ਨੂੰ ਇੱਥੇ ਲੈ ਆਓ, ਤੇ ਇਹ ਉਹਨਾਂ ਦੀ ਆਗਿਆ ਦੇ ਨਾਲ ਹੀ ਇਹ ਬੁਲਾ ਸਕਦੇ ਸੀ ਸਾਨੂੰ, ਅਦਰਵਾਈਜ਼ ਨਹੀਂ ਸੀ ਬੁਲਾ ਸਕਦੇ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਦਾ। ਤੇ ਇਸ ਦੇ ਨਾਲ ਹੀ ਸਾਡੀ ਬੇਟੀ ਅਮਰਿੰਦਰ ਰੂਬੀ, ਜਿਸ ਨੇ ਕਿ ਸਾਡੀ ਅਰਬਨ ਸਟੇਟ ਦਾ, ਫਗਵਾੜੇ ਦਾ ਨਾਂ ਸਾਰੇ ਦੁਨੀਆ 'ਚ ਮਸ਼ਹੂਰ ਕੀਤਾ ਆ। ਉਹਨਾਂ ਕਿਸੇ ਪਾਸੇ ਵੀ ਤੁਸੀਂ ਕੋਈ ਧਾਰਮਿਕ ਸਮਾਗਮ ਕੋਈ ਵੀ ਦੇਖ ਲਓ, ਤੇ ਇਹ ਸਾਡੀ ਬੇਟੀ ਉੱਥੇ ਪਹੁੰਚੀ ਹੁੰਦੀ ਆ, ਔਰ ਇਹਨੂੰ ਆਮੰਤਰਿਤ ਕੀਤਾ ਹੁੰਦਾ। ਆਪਣੇ ਆਪ ਦਾ ਚਲੋ ਨਹੀਂ ਜਾਂਦਾ ਬੰਦਾ, ਇਹਦਾ ਨਾਂ ਬਹੁਤ ਵੱਡਾ, ਔਰ ਇਹਦੇ ਨਾਲ ਹੀ ਸਾਡਾ ਵੀ ਨਾਂ ਵੱਡਾ ਹੋ ਗਿਆ। ਮੈਂ ਬੇਨਤੀ ਕਰਦਾ ਆਪਣੀ ਕਵਿਤਾ ਲਈ। ਅੱਜ ਦੀ ਇਹ ਸੁਹਾਨੀ ਸ਼ਾਮ ਮੈਂ ਕਹਾਂਗੀ, ਜੋ ਭਿੰਡਰ ਸਾਹਿਬ ਨੇ ਆਪਣੇ ਸਾਰੇ ਸਹਿਯੋਗੀ ਜੋ ਕਵੀ ਸਾਥੀਆਂ ਨਾਲ ਮਿਲ ਕੇ ਇਹ ਸਮਾਂ ਸਾਨੂੰ ਜਿਹੜਾ ਉਪਲਬਧ ਕਰਾਇਆ, ਇੰਨਾ ਕੀਮਤੀ ਮੈਂ ਕਹਾਂਗੀ ਕਿ ਨਹੀਂ ਤਾਂ ਉਂਝ ਹੀ ਸਾਰਾ ਸਾਡਾ ਟਾਈਮ ਨਿਕਲ ਜਾਂਦਾ ਹੈ। ਘਰਾਂ 'ਚ ਸੰਡੇ ਨੂੰ ਵੈਸੇ ਹੀ ਕੰਮ ਕਰ ਕਰਕੇ ਹੀ ਥੱਕ ਜਾਈਦਾ,
ਪਰ ਇਹਨਾਂ ਦਾ ਸਮੇਂ ਸਿਰ ਤੇ ਫੋਨ ਜਿਹੜਾ ਆ ਗਿਆ, ਅਸੀਂ ਕਿਹਾ ਫਿਰ ਅੱਜ ਆਰਾਮ ਛੱਡੀਏ ਤੇ ਤੁਹਾਡੇ ਨਾਲ ਸਮਾਂ ਗੁਜ਼ਾਰੀਏ। ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ। ਔਰ ਅਸੀਂ ਸਾਵਨ ਕਵੀ ਦਰਬਾਰ ਜੋ ਅੱਜ ਇੱਥੇ ਮਨਾ ਰਹੇ ਹਾਂ, ਕਿਉਂਕਿ ਕਵੀਆਂ ਨੇ ਮੈਂ ਦੇਖਿਆ ਕਿ ਗੱਲ ਤੇ ਉਹੀ ਕਰਨੀ ਹੈ, ਹੱਕ ਸੱਚ ਤੇ ਨਿਆਂ ਦੀ, ਔਰ ਕੁਰੀਤੀਆਂ ਦੇ ਵਿਰੁੱਧ ਆਵਾਜ਼ ਉਠਾਣੀ ਹੈ, ਜਾਂ ਆਪਣੇ ਮਨ ਦੇ ਜੋ ਵਲਵਲੇ ਨੇ, ਜਜ਼ਬਾਤ ਨੇ, ਉਹਨਾਂ ਨੂੰ ਸਾਂਝਾ ਕਰਨਾ ਹੈ। ਰੂਪ ਆਪਾਂ ਕੋਈ ਵੀ ਦੇ ਲਈਏ। ਤੇ ਅੱਜ ਅਸੀਂ ਇਹਨੂੰ ਇੱਕ ਸਾਵਨ ਦੇ ਜਿਹੜੇ ਕਵੀ ਦਰਬਾਰ ਦੇ ਵਜੋਂ ਆਪਾਂ ਗੱਲ ਕਰ ਰਹੇ ਹਾਂ, ਤੇ ਮੈਂ ਵੀ ਸਾਵਨ ਨੂੰ ਹੀ ਸੰਬੋਧਨ ਕਰਕੇ ਆਪਣੇ ਜਜ਼ਬਾਤਾਂ ਦੀ ਤਰਜਮਾਨੀ ਕਰਾਂਗੀ। ਤੋ ਸਾਰੇ ਮੈਨੂੰ ਬਹੁਤ ਵਿਦਵਾਨ ਔਰ ਤੁਸੀਂ ਬੈਠੇ ਹੋ, ਮੈਂ ਇੱਕ ਇੱਕ ਦਾ ਨਾਮ ਨਹੀਂ ਲਵਾਂਗੀ ਤੇ ਮੈਂ ਸ਼ੁਰੂ ਕਰਦੀ ਹਾਂ ਕਿ ਇਸ ਵਰੇ ਦਾ ਸਾਵਨ ਰੂਬੀ ਐਸਾ ਮੀਂਹ ਵਰਸਾਵੇ। ਪਾਪਾ ਜੀ ਤੁਸੀਂ ਵੀ ਨਹੀਂ ਸੁਣਿਆ, ਮੈਂ ਹੁਣੇ ਲਿਖਿਆ ਹੈ, ਇਸ ਵਰੇ ਦਾ ਸਾਵਨ ਰੂਬੀ ਐਸਾ ਮੀਂਹ ਵਰਸਾਵੇ, ਕੁੱਲ ਕੁਰੀਤੀਆਂ ਰੋੜੇ ਇਥੋਂ ਨਵੀਂ ਪਿਰਤ ਕੋਈ ਪਾਵੇ, ਸੌਣ ਮਹੀਨੇ ਦਾ ਇਹ ਬੱਦਲ ਜਮ ਜਮ ਏਦਾਂ ਆਵੇ, ਸੌਣ ਮਹੀਨੇ ਦਾ ਇਹ ਬੱਦਲ ਜਮ ਜਮ ਏਦਾਂ ਆਵੇ, ਹਰ ਵੇੜੇ ਵਿੱਚ ਖੁਸ਼ੀਆਂ ਖੇੜਿਆਂ ਦੀ ਇੱਕ ਝੜੀ ਲਗਾਵੇ, ਪਾਪਾਂ ਦੀ ਇਸ ਨਗਰੀ ਵਾਲੇ ਪਾਪ ਵੀ ਧੋ ਦੇ ਨਾਲੇ, ਪਾਪਾਂ ਦੀ ਇਸ ਨਗਰੀ ਵਾਲੇ ਪਾਪ ਵੀ ਧੋ ਦੇ ਨਾਲੇ, ਉਜਲੇ ਉਜਲੇ ਚਿਹਰਿਆਂ ਪਿੱਛੇ ਦਿਲ ਨਾ ਹੋਵਨ ਕਾਲੇ, ਪਾਪਾਂ ਦੀ ਇਸ ਨਗਰੀ ਵਾਲੇ ਪਾਪ ਵੀ ਧੋ ਦੇ ਨਾਲੇ, ਉਜਲੇ ਉਜਲੇ ਚਿਹਰਿਆਂ ਪਿੱਛੇ ਦਿਲ ਨਾ ਹੋਵਨ ਕਾਲੇ। ਤੇ ਲਾਸਟ ਲਾਈਨ ਹੈ ਕਿ ਡਰ ਦਹਿਸ਼ਤ ਨੂੰ ਜਿਸ ਦਿਨ ਡੋਬੇ, ਡਰ ਦਹਿਸ਼ਤ ਨੂੰ ਜਿਸ ਦਿਨ ਡੋਬੇ, ਮੀਂਹ ਨੇਰੀ ਤੂਫਾਨ, ਉਸ ਦਿਨ ਸਾਵਨ ਤੇਰਾ ਇੱਥੇ ਆਉਣਾ ਹੈ ਪਰਵਾਨ, ਉਸ ਦਿਨ ਸਾਵਨ ਤੇਰਾ ਇੱਥੇ ਆਉਣਾ ਹੈ ਪਰਵਾਨ। ਤੇ ਕਵੀ ਸਾਹਿਬ ਆਪ ਜੀ ਨੂੰ ਸੰਬੋਧਨ ਕਿ ਡਰ ਨਫ਼ਰਤ ਨੂੰ ਲੈ ਕੇ ਜਿਸ ਦਿਨ ਉੱਡੇਗਾ ਤੂਫਾਨ, ਉਸ ਦਿਨ ਸਾਵਨ ਕਵੀ ਦਰਬਾਰਾਂ ਦਾ ਹੋਣਾ ਪਰਵਾਨ, ਉਸ ਦਿਨ ਸਾਵਨ ਕਵੀ ਦਰਬਾਰਾਂ ਦਾ ਹੋਣਾ ਪਰਵਾਨ। ਤੇ ਆਓ ਆਪਾਂ ਭਿੰਡਰ ਸਾਹਿਬ ਇਸੇ ਤਰ੍ਹਾਂ ਹੀ ਗਿਆਨ ਦੀ ਹਨੇਰੀ ਲੈ ਕੇ ਆਈਏ, ਜੋ ਨਫ਼ਰਤ, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਉਡਾ ਕੇ ਲੈ ਜਾਏ, ਔਰ ਇਹ ਜੋ ਬੇਗਮਪੁਰਾ ਆਪਾਂ ਸਿਰ ਸਕੀਏ। तो मैं एक छोटा जिहा गीत जिहड़ा लिखिया है वो तीयां ते लिखिया सी वैसे, पर इत्थे कुदरती अज धीआं भी ने ते तीयां कल मनाइयां गईयां अर्बन एस्टेट, ते सारे ताड़ियां दे नाल ओ जिहड़ा तुसीं भी ओहदा नज़ारा लैना कि तीयां दा जिहड़ा त्योहार है वो आपां क्यों मनाउणा है ते किवें मनाउणा है। छाइयां कालियां घटावां चढ़ी सौण ने लगाई, मेरे वल्लों तीयां दी वधाई जी वधाई। छाइयां कालियां घटावां चढ़ी सौण ने लगाई, मेरे वल्लों तीयां दी वधाई जी वधाई। सज तज के पंजाबणा ने तीयां ने मनाइया, सज तज के पंजाबणा ने तीयां ने मनाइया, कोई गिद्धियां च नच्ची किसे बोलियां ने पाइया, किसे गीता राही अपनी है हाजरी लवाई, मेरे वल्लों तीयां दी वधाई जी वधाई, मेरे वल्लों तीयां दी वधाई जी वधाई। इस तरह साडा बनिया जे रहे भाईचारा, इस तरह साडा बनिया जे रहे भाईचारा, आवे जिंदगी नू जीउण दा अलग ही नजारा। दाता सारियां ते रखे हथ मेर दा टिकाई, सारियां ते रखे हथ मेर दा टिकाई, मेरे वल्लों तीयां दी वधाई जी वधाई, मेरे वल्लों तीयां दी वधाई जी वधाई। रब करे दा खुशियां दी होवे बरसात, रब करे दा खुशियां दी होवे बरसात, एक दूसरे नू मिले एक दूसरे दा साथ, एक दूसरे दे नाल हथ रखिए मिलाई, मेरे वल्लों तीयां दी वधाई जी वधाई। हथ जोड़ रूबी रब अगे हो ही पुकारे, हथ जोड़ रूबी रब अगे हो ही पुकारे, तियां मावां भैणां उत्ते कहर कोई ना गुजारे, दात तियां ने ही पुत्रां दी जग नू दिवाई, मेरे वल्लों तीयां दी वधाई जी वधाई, मेरे वल्लों तीयां दी वधाई जी वधाई। तो लास्ट है कि गहरी सांझ सारे विरसे दे नाल आओ पाइए, गहरी सांझ सारे विरसे दे नाल आओ पाइए,
ਇਹ ਪੰਜਾਬ ਦੇ ਤਿਉਹਾਰ ਸਾਰੇ ਮਿਲ ਕੇ ਮਨਾਈਏ। ਉੱਚਾ ਰੁਤਬਾ ਪੰਜਾਬੀਆਂ ਦਾ ਰੱਖੀਏ ਬਣਾਈ, ਮੇਰੇ ਵੱਲੋਂ ਤੀਆਂ ਦੀ ਵਧਾਈ ਜੀ ਵਧਾਈ, ਮੇਰੇ ਵੱਲੋਂ ਤੀਆਂ ਦੀ ਵਧਾਈ ਜੀ ਵਧਾਈ, ਮੇਰੇ ਵੱਲੋਂ ਤੀਆਂ ਦੀ ਵਧਾਈ ਜੀ ਵਧਾਈ। ਹੋਂਦ ਤੇ ਹਸਤੀ ਦਾ ਹੋਵੇ ਸਨਮਾਨ। ਮਨੀਪੁਰ ਦੇ ਹਾਲਾਤ ਦੇਖੀਏ ਜਾਂ ਪੂਰੇ ਦੇਸ਼ ਦੇ ਹਾਲਾਤ ਦੇਖੀਏ ਕਿ ਹਰ ਔਰਤ ਦੀ ਹੋਂਦ ਤੇ ਹਸਤੀ ਦਾ ਹੋਵੇ ਸਨਮਾਨ, ਤਾਂ ਹੀ ਰੂਬੀ ਆਖ ਸਕਾਂਗੇ ਸਾਡਾ ਦੇਸ਼ ਮਹਾਨ, ਤਾਂ ਹੀ ਰੂਬੀ ਆਖ ਸਕਾਂਗੇ ਸਾਡਾ ਦੇਸ਼ ਮਹਾਨ। ਤੋ ਤੁਹਾਡਾ ਇੰਨਾ ਪਿਆਰ ਸਤਿਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ। ਖੁਸ਼ੀਆਂ ਖੇੜਿਆਂ 'ਚ ਵਸਦੇ ਰਹੋ ਤੇ ਮਹਿਫਿਲਾਂ ਸਜਾਉਂਦੇ ਰਹੋ। ਧੰਨਵਾਦ ਜੀ। ਬੇਨਤੀ ਕਰਨੀ ਸੀ ਸਾਡੇ ਕੁਲਵੰਤ ਸਿੰਘ ਭਿੰਡਰ ਜੀ ਨੂੰ, ਕਿਉਂਕਿ ਉਹ ਓਨਲੀ ਯੂਟਿਊਬਰ ਨਹੀਂ ਆ, ਨਾਲ ਨਾਲ ਰਵਾਈਆਂ ਵੀ ਲਿਖਦੇ ਆ। ਤੇ ਜੇ ਮੈਂ ਉਹਨਾਂ ਦਾ ਉਹ ਮਾਈਕ ਫੜ ਲਵਾਂ ਤੇ ਮੇਰਾ ਖਿਆਲ ਉਹ 2 ਰਵਾਈਆਂ ਸਾਨੂੰ ਸੁਣਾ ਦੇਣਗੇ। ਮੈਂ ਕਵਿਤਾਵਾਂ ਲਿਖਦਾ ਤੇ ਨਹੀਂ, ਤੇ ਮਾੜਾ ਮੋਟਾ ਸ਼ੌਂਕ ਰੱਖਦਾ, ਕਦੀ ਕਦਾਈ 1-2 ਰਵਾਈ ਬੋਲ ਲਈਦੀ ਹੈ। ਤੇ ਸਾਰੇ ਕਵੀਜਨ ਜਿੰਨੇ ਨੇ ਇਹਨਾਂ ਨੂੰ ਪਤਾ ਹੈ ਭਾਸ਼ਾ ਬਾਰੇ, ਕਵਿਤਾ ਦੀ ਹੋਂਦ ਬਾਰੇ। ਕਈ ਕਿਸਮ ਦੀਆਂ ਕਵਿਤਾਵਾਂ ਨੇ ਔਰ ਰਵਾਈ ਇੱਕ ਬਣ ਗਈ ਹੈ ਕਵਿਤਾ ਦੀ, ਜਿਹੜੀ ਸਿਰਫ 4 ਲਾਈਨਾਂ ਦੇ ਵਿੱਚ ਹੀ ਜੋ ਕਵੀ ਕਹਿਣਾ ਚਾਹੁੰਦਾ ਹੈ ਉਹਨੂੰ ਸੰਪੂਰਨ ਕਰ ਦਿੰਦਾ ਹੈ। इश्क अपने ते जे सोनी इतबार कर जांदी, चना दी जुरत ही की सी के उस ते वार कर जांदी। घड़े दा आसरा छड्डदी, इश्क दे आसरे ठिलदी, चना नू पार कर जांदी, चना च डुबना मरदी। एक है फैमिली प्लानिंग ते, ये संपूर्ण कविता है 4 लाइनां दे विच ही। सुन वे होशे माली, बूटे नेड़े नेड़े क्यों लाए, ये पालन संभालन पक्खों दिसदे ने मुरझाए। 4 5 6 कद्दों छोटे पीले पतले रोगी, तेरा ही हर बूटा तेनू 100 लानत पावे। सिर्फ एक रवाई होर सुनाऊंगा मैं, वो तुसी सारे जानदे चंगी तरह कि चंद्रमा जदों चढ़दा है ते पूर्णमासी तक इहदा साइज़ वड्डा हुंदा है, और पूर्णमासी तो बाद मस्या तक उहदा साइज़ घटना चालू हो जाता है। कवि कल्पना करता है चन्न पुन्निया तक हस हस वधदा, फेर कटे ते रोवे, अध खिड़िया फुल कोई ना छेड़े, खिड़े ते हर कोई खोवे, पूरी शै नू डर घाटे दा, डर ना अद्धी ताई, रब्बा प्यार मेरे दी मंजिल पूरी कदे ना होवे। जय। ਇੰਦਰਜੀਤ ਬਾਸੂ ਜੀ ਨੂੰ ਬੇਨਤੀ ਕਰਦਾ ਵੀ ਉਹ ਆਪਣੀ ਕਵਿਤਾ ਸਾਡੇ ਨਾਲ ਸਾਂਝੀ ਕਰਨ। कवि साहबान और श्रोतागण, बहुत ही अच्छा समा बनाया है पिंडर साहब ने, जबकि कई तरह के रंग जोड़े ने आप जी देख रहे हो। तो सावन का महीना जोड़ा है वो बारे पहले तुहाडे नाल विचार साझे करांगा। उस तो बाद एक लंबी कविता लिखी है, आज़ादी के 75 साल जोड़ा पंजाबियों का योगदान की है, सारा पंजाबियों का योगदान एक वड्डी कविता विच है। वो 2-3 पैरे बाद सुनावांगा। पहले जो महीना सावन का है वो प्रति जो मेरे मन के भाव हैं वो साझे कर रहा हाँ। सिरलेख है सजना बाजों कादा सावन,
ਆਇਆ ਸਾਵਣ ਮਨ ਪਰਚਾਵਨ, ਰੂਪ ਸਰੂਪ ਅਤੀ ਮਨ ਭਾਵਨ। ਆਇਆ ਸਾਵਣ ਮਨ ਪਰਚਾਵਨ, ਰੂਪ ਸਰੂਪ ਅਤੀ ਦਿਲ ਭਾਵਨ। ਮੋਰ ਪਪੀਏ ਬੋਲਣ ਲੱਗੇ, ਭੌਰੇ ਗੂੰਜਣ ਨਾਦ ਵਜਾਵਣ। ਤਿਤਲੀਆਂ ਫੁੱਲਾਂ ਉੱਤੇ ਬਹਿ ਕੇ ਪ੍ਰੇਮ ਪਿਆਰ ਦੀਆਂ ਬਾਤਾਂ ਪਾਵਣ। ਤਿਤਲੀਆਂ ਫੁੱਲਾਂ ਉੱਤੇ ਬਹਿ ਕੇ ਪ੍ਰੇਮ ਪਿਆਰ ਦੀਆਂ ਬਾਤਾਂ ਪਾਵਣ। ਲੱਖਾਂ ਖੁਸ਼ੀਆਂ ਲੱਖਾਂ ਖੇੜੇ, ਪ੍ਰਕਿਰਤੀ ਵੇੜੇ ਕਿਕਲੀ ਪਾਵਣ। ਤੇ ਘਟਾਂ ਕਾਲੀਆਂ ਘੁੰਮ ਘੁੰਮ ਆਵਣ, ਚਮਚਮ ਵਰਸਣ ਸ਼ਹਿਬਰ ਲਾਵਣ। ਸੇਜ ਅਕੇਲੀ ਖਰੀ ਦੁਹੇਲੀ, ਦਰਦ ਵਿਛੋੜੇ ਪਏ ਸਤਾਵਣ। ਸੇਜ ਅਕੇਲੀ ਖਰੀ ਦੁਹੇਲੀ, ਦਰਦ ਵਿਛੋੜੇ ਪਏ ਸਤਾਵਣ। ਸੁੰਨਾ ਵੇੜਾ ਖਾਣ ਨੂੰ ਆਵੇ, ਸਜਣਾ ਬਾਝੋ ਕਾਹਦਾ ਸਾਂ। ਸੁੰਨਾ ਵੇੜਾ ਖਾਣ ਨੂੰ ਆਵੇ, ਸਜਣਾ ਬਾਝੋਂ ਕਾਹਦਾ ਸਾਵਣ। ਤੂੰ ਸਜਣਾ ਬਾਝੋਂ ਦੁੱਖ ਹਜ਼ਾਰਾਂ, ਕੋਮਲ ਦਿਲ ਦੀਆਂ ਟੁੱਟਣ ਤਾਰਾਂ। ਕੋਮਲ ਦਿਲ ਦੀਆਂ ਟੁੱਟਣ ਤਾਰਾਂ, ਬਾਗ ਬਗੀਚੇ ਸੁੰਨੇ ਲੱਗਣ। ਭਾਵਨ ਨਾ ਦਿਲ ਨੂੰ ਗੁਲਜ਼ਾਰਾਂ, ਲੱਖ ਬਲਾਵਾਂ ਘੇਰਾ ਪਾਵਣ। ਭੋਰਾ ਸੁਖ ਨਾ ਦੇਣ ਬਹਾਰਾਂ, ਲੱਖ ਬਲਾਵਾਂ ਘੇਰਾ ਪਾਵਣ। ਭੋਰਾ ਸੁਖ ਨਾ ਦੇਣ ਬਹਾਰਾਂ, ਜ਼ਿੰਦਗੀ ਡੋਰੀ ਭੌਰੀ ਹੋ ਜਾਏ, ਲੱਭਦੀ ਲੱਭਦੀ ਚੈਨ ਕਰਾਰਾਂ। ਜ਼ਿੰਦਗੀ ਡੋਰੀ ਭੌਰੀ ਹੋ ਜਾਏ, ਲੱਭਦੀ ਲੱਭਦੀ ਚੈਨ ਕਰਾਰਾਂ। ਛਾਈ ਮਾਈ ਖੁਸ਼ੀਆਂ ਹੋਵਣ, ਪਲ ਭਰ ਲਈ ਭਾਵੇਂ ਪਰਚਾਵਨ। ਕਿ ਦਿਲ ਦਾ ਤੂੰਬਾ ਬੋਲੀ ਜਾਵੇ, ਸਜਣਾ ਬਾਝੋ ਕਾਹਦਾ ਸਾਂ। ਦਿਲ ਦਾ ਤੂੰਬਾ ਬੋਲੀ ਜਾਵੇ, ਸਜਣਾ ਬਾਝੋਂ ਕਾਹਦਾ ਸਾਵਨ। ਤੋ ਪਤੀ ਪ੍ਰਦੇਸ਼ ਜਿਨ੍ਹਾਂ ਦੇ ਹੋਵੇ, ਪਤੀ ਪ੍ਰਦੇਸ਼ ਜਿਨ੍ਹਾਂ ਦਾ ਹੋਵੇ, ਗੀਤ ਖੁਸ਼ੀ ਦਾ ਗਾ ਨਹੀਂ ਸਕਦੇ। ਪਤੀ ਪ੍ਰਦੇਸ਼ ਜਿਨ੍ਹਾਂ ਦਾ ਹੋਵੇ, ਗੀਤ ਖੁਸ਼ੀ ਦਾ ਗਾ ਨਹੀਂ ਸਕਦੇ। ਓਏ ਹਸਤੀ ਟੁਕੜੇ ਟੁਕੜੀ ਹੁੰਦੀ, ਇੱਕ ਸੁਰਤਾ ਵਿੱਚ ਆ ਨਹੀਂ ਸਕਦੇ। ਹਸਤੀ ਟੁਕੜੇ ਟੁਕੜੇ ਹੁੰਦੀ, ਇੱਕ ਸੁਰਤਾ ਵਿੱਚ ਆ ਨਹੀਂ ਸਕਦੇ। ਸੁਖ ਮਹਿਲੀ ਪ੍ਰੀਤਮ ਦਾ ਦੁਆਰਾ ਆਪਣੇ ਅੰਦਰ ਪਾ ਨਹੀਂ ਸਕਦੇ। ਉਹ ਪ੍ਰਿਆ ਬਾਝ ਦੁਹੇਲੀ, ਕੋਈ ਨਾ ਬੇਲੀ ਦੁਬਦਾ ਦੂਰ ਹਟਾ ਨਹੀਂ ਸਕਦੇ। ਜੇਕਰ ਕੂੜ ਦੀ ਪਾਲ ਨਾ ਟੁੱਟੀ, ਸਚਿਆਰ ਬਣਨ ਤੱਕ ਕਿੱਦਾਂ ਜਾਵਨ। ਜੇਕਰ ਕੂੜ ਦੀ ਪਾਲ ਨਾ ਟੁੱਟੇ, ਸਚਿਆਰ ਬਣਨ ਤੱਕ ਕਿੱਦਾਂ ਜਾਵਨ। ਜੀਂਦੇ ਜੀ ਮੁਕਤ ਨਾ ਹੋਏ, ਸਜਣਾ ਬਾਝੋਂ ਕਾਹਦਾ ਸਾਂ। ਭੁੱਲ ਜਾਵੇਂਗਾ ਉਸ ਇੱਕ ਦਾ ਜੇ ਦਾਮਨ ਛੱਡਿਆ, ਪਗ ਡੱਡੀਆਂ ਵਿੱਚ ਰੁੱਲ ਜਾਵੇਂਗਾ। ਹੀਰਾ ਜਨਮ ਅਮੋਲਕ ਤੇਰਾ, ਕੌਡੀਆਂ ਵੱਟੇ ਤੁਲ ਜਾਵੇਗਾ। ਉਹ ਸੱਚੀ ਪ੍ਰੀਤ ਨੂੰ ਛੱਡ ਕੇ ਸਜਣਾ, ਝੂਠੀ ਪ੍ਰੀਤ ਤੇ ਡੁੱਲ ਜਾਵੇਂਗਾ। ਧੋਖਾ ਤੇ ਉਹ ਧੋਖਾ ਖਾਂਦੇ, ਜੋ ਵਸਤਾਂ ਤੇ ਨਜ਼ਰ ਟਿਕਾਵਣ। ਪੰਜਾਬੀਆਂ ਦੇ ਜੋ ਯੋਗਦਾਨ ਹੈ ਆਜ਼ਾਦੀ ਦੇ ਅੰਦਰ, 75 ਸਾਲ ਦੇ ਵਿੱਚ ਕੀ ਯੋਗਦਾਨ ਹੈ, ਲੰਬੀ ਕਵਿਤਾ ਹੈ, ਪਰ ਉਸ ਦੇ 2-3 ਪੈਰੇ ਆਪ ਜੀ ਨੂੰ ਪੇਸ਼ ਕਰਕੇ ਖਿਮਾ ਮੰਗਾਂਗਾ। तो पहले पैरे च मैं पंजाबियों का सुभाव दसिया है। हक सच दे सबक सिखालदे रहे, ਉਹ ਜਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਇਸੇ ਆਜ਼ਾਦੀ ਨੂੰ ਭਾਲਦੇ ਰਹੇ। ਜਾ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਇਸੇ ਆਜ਼ਾਦੀ ਨੂੰ ਭਾਲਦੇ ਰਹੇ। ਅਸੀਂ ਇਸੇ ਲਈ ਆਜ਼ਾਦੀ ਦੀ ਸ਼ਮਾ ਉੱਤੇ ਉਹ ਜਾਨਾਂ ਵਾਂਗ ਪਰਵਾਨਿਆਂ ਜਾਲਦੇ ਰਹੇ। ਉਹ ਭਾਰਤ ਮਾਂ ਦੇ ਬੰਧਨ ਕੱਟਣੇ ਲਈ ਮੌਤ ਨਾਲ ਵਾਸੂ ਯਾਰੀ ਪਾਲਦੇ ਰਹੇ। तो अखीर ते पैरा जिहड़ा अज इस नाल जोड़िया गया है, इस कविता लंबी सी, अज एक पैरा नवा जोड़िया है कि जिन्हां बंधनां च फसिया देश मेरा, जिन्हां बंधनां च फसिया देश मेरा, वो बंधन छुड़ाउणे पंजाबियां ने। ओए हक जिन्हां दे मारे जा रहे ने, वो हक दिवाउणे पंजाबियां ने। हक जिन्हां दे मारे जा रहे ने, ਉਹ ਹੱਕ ਦਿਵਾਉਣੇ ਪੰਜਾਬੀਆਂ ਨੇ। ਉਹ ਸਰ ਪਰ ਡੋਬਣੇ ਦੁਸ਼ਟਾਂ ਪਾਪੀਆਂ ਨੂੰ ਪ੍ਰਹਲਾਦ ਕਰੌੜੇ ਨੇ ਪੰਜਾਬੀਆਂ ਨੇ। ਇਹ ਸਾਨੂੰ ਵਾਸੂ ਜੀ, ਮੈਂ ਇਸ ਤੋਂ ਪਹਿਲਾਂ ਕਿ
ਭਿੰਡਰ ਜੀ ਨੂੰ ਕਵਿਤਾ ਲਈ ਕਹਿਣ ਚੋਟ ਸਾਹਿਬ, ਮੈਂ ਇਹਨਾਂ ਨੂੰ ਕਹਿੰਦਾ ਵੀ ਆਪਣੀ ਹਾਜ਼ਰੀ ਜ਼ਰੂਰ ਲਵਾਓ। ਮੇਰੀ ਕੋਈ ਹਾਜ਼ਰੀ ਨਹੀਂ ਉਹਨਾਂ ਲੈ ਲੈ ਚੀਫ ਹੋ ਨਹੀਂ, ਮੈਂ ਇਸ ਤੋਂ ਪਹਿਲਾਂ ਕਿ ਮੈਂ ਚਲੋ ਮੈਂ ਕੋਈ ਕੁਛ ਥੋੜਾ ਬੋਲ ਦੂੰਗਾ। ਉਸ ਤੋਂ ਪਹਿਲਾਂ ਮੈਂ ਆਪਣੇ ਸਾਡੇ 3 ਸਾਥੀ ਸਾਡੇ ਨਾਲ ਰਲੇ ਆ, ਪ੍ਰੇਮ ਸਿੰਘ ਜੀ ਤੇ ਬੱਗਾ ਸਾਹਿਬ ਤੇ ਹਰਪਾਲ ਸਿੰਘ ਢਿੱਲੋਂ ਜੀ, ਮੈਂ ਇਹਨਾਂ ਨੂੰ ਸਵਾਗਤ ਕਰਦਾ। ਸਾਵਣ ਕਵੀ ਦਰਬਾਰ ਹੋ ਰਿਹਾ, ਪਰ ਮੈਨੂੰ ਇਸ ਸਾਲ ਘੱਟ ਤੋਂ ਘੱਟ ਸਾਵਣ ਤੇ ਬੜਾ ਇਤਰਾਜ਼ ਆ ਵੀ ਇਹਨੇ ਖੁਸ਼ੀਆਂ ਲਿਆਉਣ ਦੀ ਬਜਾਏ ਸਾਡੇ ਪਹਿਲਾਂ ਤੋਂ ਇਹ ਅਸੀਂ ਜਾਣਦੇ ਆ ਵੀ ਸ਼ੁਰੂ ਤੋਂ ਹੀ ਜਦੋਂ ਬਾਰਿਸ਼ਾਂ ਬਹੁਤ ਘੱਟ ਹੁੰਦੀਆਂ ਸੀ, ਸਾਵਣ ਦੀ ਲੋੜ ਹੁੰਦੀ ਸੀ ਫਸਲਾਂ ਲਈ ਵੀ, ਫਸਲਾਂ ਬੀਜਣ ਲਈ ਵੀ, ਤੇ ਹੁਣ ਐਤਕੀ ਜੋ ਉਜਾੜਾ ਪਾਇਆ ਇਹਨਾਂ ਨੇ ਨਾ, ਉਹ ਮੈਨੂੰ ਥੋੜ੍ਹਾ ਜਿਹਾ ਦੁੱਖ ਲੱਗਾ ਵੀ ਇਹ ਵੈਸੇ ਆ ਕਵਿਤਾ ਹੁਣ ਦੀ ਨਹੀਂ ਲਿਖੀ, ਉਹ ਬਹੁਤ ਦੇਰ ਪਹਿਲਾਂ ਦੀ ਲਿਖੀ, ਉਹ ਇਹ ਥੋੜ੍ਹੀ ਜਿਹੀ ਉਹਦੇ ਨਾਲ ਰਿਲੇਟਡ ਆ, ਬਹੁਤੀ ਜ਼ਿਆਦਾ ਨਹੀਂ ਸਾਵਣ ਦੇ ਨਾਲ, ਤੇ ਮੈਂ ਕੁਛ ਥੋੜ੍ਹਾ ਜਿਹਾ ਇਹਦੇ ਨਾਲ ਸੰਬੰਧ ਕਰਦਾ ਵੀ ਹੁਣ ਸਾਵਣ ਕਾਹਦਾ ਸਾਵਣ, ਜਦੋਂ ਫਸਲਾਂ ਤੇ ਬੂਰ ਆਉਂਦਾ ਏ, ਇਹ ਕਨਕੋਰ ਘਟਾ ਚੜਾਉਂਦਾ ਏ, ਆਪਣੀ ਹਉਮੈ ਨੂੰ ਪੱਠੇ ਪਾਉਂਦਾ ਏ, ਪੱਕੀ ਫਸਲ ਤੇ ਗੜੇ ਪਾਉਂਦਾ ਏ, ਫੇਰ ਕੱਢਦਾ ਫਸਲਾਂ ਦੇ ਵੱਟ ਬਈ, ਦੱਸ ਰੱਬ ਕਿਹੜਾ ਬੰਦੇ ਨਾਲੋਂ ਘੱਟ ਬਈ। ਜਿੱਦਾਂ ਬੰਦਾ ਬੰਦੇ ਨੂੰ ਨਹੀਂ ਦੇਖ ਕੇ ਰਾਜੀ, ਰੱਬ ਵੀ ਉਹੀ ਹਾਲ ਕਰਦਾ, ਚਾਹੇ ਉਹ ਜਿਹੜੇ ਮਰਜ਼ੀ ਤਰੀਕੇ ਨਾਲ ਕਰੇ। ਕਹਿੰਦੇ ਬੰਦਾ ਬੰਦੇ ਦਾ ਬੈਰੀ ਏ, ਫਿਰ ਸੱਪ ਨਾਲੋਂ ਵੀ ਜ਼ਹਿਰੀ ਏ, ਇਹ ਕਰਦਾ ਫਿਰਦਾ ਮੇਰੀ ਮੇਰੀ, ਆਖਰ ਬਣਨਾ ਮਿੱਟੀ ਦੀ ਢੇਰੀ। ਕਹਿੰਦੇ ਪੱਤਾ ਨਹੀਂ ਹਿਲਦਾ ਹੁਕਮ ਤੋਂ ਬਿਨਾਂ, ਸਿਆਣੇ ਆਖਣ ਗੱਲਾਂ ਸੱਚ ਬਈ, ਦੱਸ ਰੱਬ ਕਿਹੜਾ ਬੰਦੇ ਨਾਲੋਂ ਘੱਟ। ਔਰਤ ਦੀ, ਜਿੱਦਾਂ ਰੂਬੀ ਜੀ ਨੇ ਵੀ ਦਿੱਤਾ ਇਸ਼ਾਰਾ ਕੀਤਾ ਸੀ, ਔਰਤ ਦੀ ਹੁੰਦੀ ਖੱਜਲ ਖੁਆਰੀ ਏ, ਭਾਵੇਂ ਹੋਵੇ ਵਿਆਹੀ ਤੇ ਭਾਵੇਂ ਕੁਆਰੀ ਏ, ਅਨਪੜ੍ਹ ਹੋਵੇ ਭਾਵੇਂ ਸਚਿਆਰੀ ਏ, ਨੌਕਰੀਸ਼ੁਦਾ ਹੋਵੇ ਭਾਵੇਂ ਲਚਾਰੀ ਏ, ਦੁਨੀਆ ਦੀਆਂ ਲੂਤਾਂ ਸਹਿੰਦੀ ਹਰ ਨਾਰੀ ਏ। ਸਭ ਵੇਖਦਾ ਰੱਬ ਸਭ ਵੇਖਦਾ, ਪਰ ਰੱਖਦਾ ਚੁੱਪ ਵੱਟ ਬਈ, ਦੱਸ ਰੱਬ ਕਿਹੜਾ ਬੰਦੇ ਨਾਲੋਂ ਘੱਟ ਬਈ। 2 ਹੋਰ ਸਤੰਜੇ ਹੈਗੇ ਆ, ਕਿਤੇ ਇਹ ਔਲਾਦ ਦੇ ਢੇਰ ਲਾਵੇ, ਕਿਤੇ ਬੱਚਿਆਂ ਲਈ ਮਨ ਤਰਸਾਵੇ, ਕਿਤੇ ਮਾਵਾਂ ਦੇ ਹਾੜੇ ਕਢਾਵੇ, ਕਿਤੇ ਔਰਤ ਦੁੱਧੀ ਪੁੱਤੀ ਨਹਾਵੇ, ਕਿਤੇ ਕੁੱਤੇ ਬਿੱਲੀਆਂ ਨਾਲ ਦਿਲ ਪਰਚਾਵੇ, ਡਰਾ ਕੇ ਲਵਾਉਂਦਾ ਆਪਣੇ ਨਾਂ ਦੀ ਰੱਟ ਬਈ, ਦੱਸ ਰੱਬ ਕਿਹੜਾ ਬੰਦੇ ਨਾਲੋਂ ਘੱਟ ਬਈ। ਜਦੋਂ ਆਪਣੀ ਆਈ ਤੇ ਆਉਂਦਾ ਏ, ਆ ਜੋ ਕੁਛ ਹੁਣ ਹੋਇਆ, ਫਿਰ ਬੱਦਲਾਂ ਦੇ ਬੰਬ ਬਣਾਉਂਦਾ ਏ, ਵਿੱਚ ਦੁਨੀਆ ਵਿੱਚ ਨਵੇਂ ਹੀ ਚੰਦ ਚੜਾਉਂਦਾ ਏ, ਸਮੁੰਦਰ ਨੂੰ ਪਹਾੜੀ ਚੜਾਉਂਦਾ ਏ, ਦੁਨੀਆ ਨੂੰ ਉੱਚੇ ਮੰਦਰੀ ਚੜਾ ਕੇ ਫਿਰ ਪੌੜੀ ਲੈਂਦਾ ਚੱਕ ਬਈ, ਦੱਸ ਬੰਦਾ ਰੱਬ ਕਿਹੜਾ ਬੰਦੇ ਨਾਲੋਂ ਘੱਟ ਬਈ। ਬਹੁਤ ਬਹੁਤ ਧੰਨਵਾਦ। ਤੇ ਉਹਨਾਂ ਦੀ ਕਵਿਤਾ ਅਸੀਂ ਸੁਣਨੀ ਆ, ਤੇ ਉਹਨਾਂ ਨੂੰ ਬੇਨਤੀ ਕਰਦੇ ਵੀ ਆਪਣੀ ਕਵਿਤਾ ਸਾਡੇ ਨਾਲ ਸਾਂਝੀ ਕਰ। ਧਾਰਮਿਕ ਕਵਿਤਾ ਤਾਂ ਬਹੁਤ ਲਿਖਦਾ ਰਹਿਣਾ, ਉੱਤੇ WhatsApp ਤੇ ਪਾਉਂਦਾ ਰਹਿਣਾ, ਤੇ ਅੱਜ ਮੈਂ ਸੋਚਿਆ ਵੀ ਇੱਕ ਥੋੜੀ ਹਾਸੇ ਵਾਲੀ, ਤੇ ਇਹ ਅੱਜ ਕੱਲ੍ਹ ਮੋਬਾਈਲ ਜਿਹੜਾ ਹੈ ਨਾ, ਬਹੁਤ ਜ਼ਮਾਨਾ ਆ ਗਿਆ, ਹਰੇਕ ਬੰਦਾ ਮੋਬਾਈਲ, ਜਦੋਂ ਸਕੂਟਰ ਤੇ ਵੀ ਜਾਓ ਮੋਬਾਈਲ ਲਾਇਆ ਹੁੰਦਾ ਕਰਨਾ, ਕਿਤੇ ਵੀ ਦੇਖੋ। ਮੈਂ ਸਿਡਨੀ ਗਿਆ ਪਿਛਲੇ ਸਾਲ, ਉੱਥੇ ਜਦੋਂ ਟ੍ਰੇਨ 'ਚ ਮੈਂ ਚੜ੍ਹਿਆ, ਜਿੰਨੇ ਵੀ ਚੜ੍ਹੇ ਨਾ ਬੰਦੇ, ਉਹ ਕਿਸੇ ਨੇ ਲੈਪਟਾਪ, ਕਿਸੇ ਨੇ ਮੋਬਾਈਲ, ਫਟਾਫਟ ਉੱਤੇ ਲੱਗ ਪਏ ਸਾਰੇ ਕੰਮ। ਤੇ ਉਹੀ ਦੇਖਿਆ ਬੱਸ 'ਚ ਵੀ ਇੱਕ ਦਿਨ, ਸਾਰੇ ਬੱਸ ਦੇ ਵਿੱਚ ਜਿਹੜੇ ਚੜ੍ਹੇ ਮੋਬਾਈਲ ਕੱਢ ਕੇ ਲੱਗ ਪਏ। ਤੇ ਉੱਤੇ ਇੱਕ ਕਵਿਤਾ ਹੈ ਜੀ, ਪ੍ਰਾਈਵੇਟ ਸੀਗੀ ਬੱਸ ਸਰਕਾਰੀ ਸੀ, ਪਿੰਡ ਦੇ ਘੜੂਕੇ ਵਾਂਗ ਭਰੀ ਪਈ ਸਾਰੀ ਸੀ। ਪ੍ਰਾਈਵੇਟ ਸੀਗੀ ਖੜੀ ਬੱਸ ਸਰਕਾਰੀ ਸੀ, ਪਿੰਡ ਦੇ ਘੜੂਕੇ ਵਾਂਗੂ ਭਰੀ ਪਈ ਸਾਰੀ ਸੀ। ਬੱਸ ਵਿੱਚ ਸਾਰਿਆਂ ਹੱਥ ਮੋਬਾਈਲ ਸੀ, ਕਿਸੇ ਨੇ ਡਾਇਲ ਕੀਤਾ, ਕਿਸੇ ਨੇ ਫੋਨ ਪਾਈ ਸੀ। ਕੋਈ ਨੈੱਟ ਫੋਨ ਤੇ ਗਾਣੇ ਸੁਣੀ ਜਾ ਰਿਹਾ, ਕੋਈ ਗੇਮ ਖੇਲ ਮਨ ਪਰਚਾ ਰਿਹਾ, ਕੋਈ WhatsApp ਤੇ ਚੈਟ ਕਰੀ ਜਾਂਦਾ ਸੀ, ਕੋਈ Facebook ਉੱਤੇ ਫੋਟੋ ਪਾਈ ਜਾਂਦਾ ਸੀ। ਕਿੰਨੇ ਹੋ ਗਏ ਲਾਈਕ ਤੇ ਕਿੰਨੇ ਕਮੈਂਟ ਸੀ, ਕੋਈ ਵੇਖੇ ਬੈਟਰੀ ਕਿੰਨੇ ਪਰਸੈਂਟ ਸੀ। ਕੋਈ ਆਈਆਂ ਕਾਲਾਂ ਦੀ ਸੀ ਫੋਲਾ ਫੋਲੀ ਕਰਦਾ, ਨੰਬਰ ਕੋਈ ਜ਼ਰੂਰੀ ਮੋਬਾਈਲ ਵਿੱਚ ਭਰਦਾ। ਕੋਈ ਕਿਸੇ ਮੁੱਦੇ ਤੇ ਡਿਬੇਟ ਵੇਖੀ ਜਾਂਦਾ ਸੀ, ਕੋਈ ਆਨਲਾਈਨ ਉੱਤੇ ਰੇਟ ਵੇਖੀ ਜਾਂਦਾ ਸੀ। ਰੈਸਲਿੰਗ ਲਾ ਕੇ ਕੋਈ ਜ਼ੋਰ ਵੇਖੀ ਜਾਂਦਾ ਸੀ,
ਕੋਈ ਕਿਸੇ ਮੈਚ ਦਾ ਸਕੋਰ ਵੇਖੀ ਜਾਂਦਾ ਸੀ, ਕੋਈ ਆਉਣ ਵਾਲੇ ਐਸਐਮ ਨੂੰ ਸੀ ਉਡੀਕਦਾ, ਕੋਈ ਹਿਸਾਬ ਲਾਵੇ ਛੁੱਟੀ ਦੀ ਤਰੀਕ ਦਾ, ਕੋਈ ਕੈਲਕੂਲੇਟਰ ਤੇ ਬਟਨ ਦਬਾਈ ਜਾਂਦਾ ਸੀ। ਪਿੰਡ ਸਾਹਿਬ ਕੋਈ ਕੈਲਕੂਲੇਟਰ ਤੇ ਬਟਨ ਦਬਾਈ ਮੋਬਾਈਲ ਤੇ ਦਵਾਈ ਜਾਂਦਾ ਸੀ, ਕਿੰਨੀ ਮਿਲੂ ਸੈਲਰੀ ਹਿਸਾਬ ਲਾਈ ਜਾਂਦਾ ਸੀ, ਕਿੰਨੀ ਮਿਲੂ ਸੈਲਰੀ ਹਿਸਾਬ ਲਾਈ ਜਾਂਦਾ ਸੀ। ਕੋਈ ਵਾਈਫਾਈ ਤੇ ਟਕਾਈ ਕਰੀ ਜਾਂਦਾ ਸੀ, ਗੈਸ ਕਰ ਪਾਸਵਰਡ ਲਾਈ ਜਾਂਦਾ ਸੀ। ਇੱਕ ਤਾਂ ਜ਼ਿਆਦਾ ਕਹਿਰ ਢਾਈ ਜਾਂਦਾ ਸੀ, ਇੱਕ ਤਾਂ ਜ਼ਿਆਦਾ ਹੀ ਕਹਿਰ ਢਾਈ ਜਾਂਦਾ ਸੀ। ਘੜੀ ਮੁੜੀ ਬੈਟਰੀ ਨੂੰ ਕੱਢੀ ਪਾਈ ਜਾਂਦਾ ਸੀ, ਮੋਬਾਈਲ 'ਚ ਕੱਢੀ ਜਾਂਦਾ ਸੀ, ਪਾਈ ਜਾਂਦੇ। ਸਭ ਨੇ ਵਸਾਲੀ ਦੁਨੀਆ ਫੋਨ ਵਿੱਚ ਆਪਦੇ, ਆਸੇ ਪਾਸੇ ਬੈਠੇ ਸਭ ਏਲੀਅਨ ਜਾਪਦੇ। ਫੋਨ ਵਿੱਚ ਗੁੰਮ ਹੋਈ ਦੁਨੀਆ ਵਿਚਾਰੀ ਆ, ਨਿੱਕੇ ਜਿਹੇ ਚਬੱਚੇ ਵਿੱਚ ਡੁੱਬ ਚਲੀ ਸਾਰੀ ਆ। ਇੱਕ ਥਾਂ ਡਰਾਈਵਰ ਨੇ ਬ੍ਰੇਕ ਜਰਾ ਲਾਈ ਆ, ਮੱਠੀ ਮੱਠੀ ਆਵਾਜ਼ ਦਿੱਤੀ ਸਭ ਨੂੰ ਸੁਣਾਈ ਆ। ਮੋਰੇ ਵਾਲੀ ਤਾਕੀ ਜ਼ੋਰ ਨਾਲ ਖੜਕਾਈ ਆ, ਕੰਨਾਂ ਵਿੱਚ ਆਵਾਜ਼ ਪਾਈ ਇੱਕਦਮ ਕੜਕਦੀ। ਕੰਨਾਂ ਵਿੱਚ ਸਭ ਨੇ ਟੂਟੀਆਂ ਉਤਾਰੀਆਂ, ਡੌਰ ਭੌਰ ਹੋਈਆਂ ਸਭ ਵਹਿੰਦੀਆਂ ਸਵਾਰੀਆਂ। ਕੜਕਿਆ ਕੰਡਕਟਰ ਮੈਂ ਤੁਹਾਨੂੰ ਆਂਦਾ ਵਾਂ, ਸੁਣਦੇ ਹੋ ਕੋਈ ਨਹੀਂ ਮੈਂ ਕਦੋਂ ਦਾ ਭੌਂਕੀ ਜਾਂਦਾ ਵਾਂ। ਪੜ੍ਹੇਲਿਆ ਨਹੀਂ ਉਹ ਪੜ੍ਹੇ ਲਿਖੇ ਨਵੀਂ ਟੈਕਨੋਲੋਜੀ ਪੁੱਤਰੋ, ਮੈਂ ਫੇਰ ਮੋਗੇ ਜਾਣਾ, ਮੁੜ ਕੇ ਉਚਰੋ। ਬਹੁਤ ਧੰਨਵਾਦ ਜੀ ਪ੍ਰੇਮ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੇ ਹੁਣ ਸਾਡਾ ਜਿਹੜਾ ਕਵੀ ਦਰਬਾਰ ਬਿਲਕੁਲ ਸਿਖਰ ਤੇ ਪਹੁੰਚ ਚੁੱਕਾ ਆ, ਤੇ ਜਿਨ੍ਹਾਂ ਦੇ ਸੱਦੇ ਤੇ ਜਿਨ੍ਹਾਂ ਦੇ ਉਪਰਾਲੇ ਨਾਲ ਅਸੀਂ ਸਾਰੇ ਇਕੱਠੇ ਹੋਏ ਆ ਇੱਥੇ, ਜਿਹੜੇ ਕਿ ਸਾਡੇ ਸਾਹਿਤ ਸਭਾ ਦੁਸਾਂਝ ਕਲਾਂ ਦੇ ਪ੍ਰਧਾਨ ਵੀ ਨੇ ਸੋਹਣ ਸਿੰਘ ਭਿੰਡਰ ਜੀ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਆਪਣੀ ਕਵਿਤਾ ਵੀ ਤੇ ਆਪਣੇ ਵਿਚਾਰ ਵੀ, ਇਹਨਾਂ ਦੀ ਆਵਾਜ਼ ਬੜੀ ਸੋਹਣੀ ਆ। ਸਾਡੇ ਛੋਟੇ ਭਿੰਡਰ ਸਾਹਿਬ ਉਹਨਾਂ ਦੀ ਵੀ ਆਵਾਜ਼ ਬੜੀ ਸੋਹਣੀ ਆ। ਮੈਨੂੰ ਇਹ ਆਪਣੀ ਵਧੀਆ ਕੋਈ ਨਹੀਂ ਆਪਣੇ ਤਰਨਮ 'ਚ ਹੀ ਕੁਛ ਨਾ ਕੁਛ ਸੁਣਾਉਣਗੇ। ਬਹੁਤ ਬਹੁਤ ਮਿਹਰਬਾਨੀ। ਸਾਰਿਆਂ ਦਾ ਕਰ ਲਾ ਬੰਦਾ ਜੀ ਆਇਆਂ ਤੇ ਸਾਰਿਆਂ ਨੂੰ ਕਹਾਂਗਾ ਜਿੰਨੇ ਵੀ ਆਏ ਨੇ। ਇਹ ਅੱਜ ਦਾ ਪ੍ਰੋਗਰਾਮ 2 ਦਿਨ ਪਹਿਲਾਂ ਮੈਨੇਜਰ ਸਾਹਿਬ ਭਾਜੀ ਗਾਨ ਸਾਹਿਬ ਹੋਣੀ ਇਹ ਬਾਹਰੋਂ ਆਏ ਤੇ ਮੈਂ ਕਿਹਾ ਕੋ ਰੱਖ ਲਈਏ, ਕਹਿੰਦੇ ਵੀ ਸਾਵਣ ਕਵੀ ਦੁਬਾਰਾ ਰੱਖ ਲਓ, ਤੇ ਇਹਨਾਂ ਦੇ ਸੁਝਾਅ ਦੇ ਨਾਲ ਹੀ ਸਭ ਕੁਝ ਹੋਇਆ। ਤੇ ਸਾਰਿਆਂ ਨੂੰ ਮੈਂ ਜਿੰਨੇ ਵੀ ਆਏ ਆ ਉਹਨਾਂ ਨੂੰ ਜੀ ਆਇਆਂ ਵੀ ਕਹਿੰਦਾ ਤੇ ਧੰਨਵਾਦ ਵੀ ਕਰਦਾ ਆ। ਜ਼ਿਆਦਾ ਗਰਮੀ ਹੋਣ ਕਰਕੇ ਅਸੀਂ ਅੰਦਰ ਇੱਥੇ ਬਹਿ ਗਏ ਆ, ਪਾਰਕ ਵਿੱਚ ਨਹੀਂ ਬੈਠੇ। ਹੁਣ ਅਸੀਂ ਪਾਰਕ ਵਿੱਚ ਬਹੁਤ ਜਲਦੀ ਇਸ ਤੋਂ ਬਾਅਦ ਜਾ ਰਹੇ ਹਾਂ ਵਾਸੂ ਸਾਹਿਬ। ਉੱਥੇ ਵੀ ਬੀਬਾ ਜੀ ਵੀ ਆਪਣੀ ਟੀਮ ਨਾਲ ਲੈ ਕੇ ਆਏ ਨੇ, ਇਹਨਾਂ ਕੋਲੋਂ ਵੀ ਕੁਝ ਨਾ ਕੁਝ ਸੁਣਾਂਗੇ। ਤੇ ਹੁਣ ਮੈਨੂੰ ਹੁਕਮ ਹੋਇਆ ਵੀ ਮੈਂ ਤਰਨਮ ਦੇ ਵਿੱਚ ਕੁਝ ਤੁਹਾਨੂੰ ਕਹਿ ਸਕਾਂ। ਫਿਰਕਾ ਪ੍ਰਸਤੀਏ ਜੋਬਨ ਵਿੱਚ ਮਸਤੀਏ ਨੀ, ਫਿਰਕਾ ਪ੍ਰਸਤੀਏ ਜੋਬਨ ਵਿੱਚ ਮਸਤੀਏ ਨੀ, ਤੇ ਦੱਸ ਕੀ ਪਾਈ ਦਹਾਈ ਹੋਈ ਆ, ਭੂਵੇ ਚਾੜੀਆਂ ਵਨ ਸਮਨੀਆਂ ਨੀ, ਤੇ ਨਾ ਖੁਦ ਖਦਾਈ ਭਲਾਈ ਹੋਈ ਆ। ਨਾ ਤੂੰ ਸਾਧ ਵੇਖੇ ਤੇ ਨਾ ਤੂੰ ਸੰਤ ਵੇਖੇ, ਨਾ ਤੂੰ ਗੀਤਾ ਕੁਰਾਨ ਗ੍ਰੰਥ ਵੇਖੇ, ਨੀ ਤੂੰ ਸ਼ਰਮ ਹਜਾ ਕਿਉਂ ਲਾਈ ਹੋਈ ਆ। 1947 ਦੀ ਬਈ ਰੋਟੀ ਨੀ ਤੂੰ ਅਜੇ ਵੀ ਝੋਲੀ ਵਿੱਚ ਪਾਈ ਹੋਈ ਆ, ਤੇ ਬੂਟਾ ਫਿਰਕਾ ਪ੍ਰਸਤੀ ਦਾ ਵੱਢਣੇ ਲਈ ਕਲਮ ਭਿੰਡਰ ਪਟਵਾਰੀ ਉਠਾਈ ਹੋਈ ਆ। ਸੌਣ ਆਇਆ ਪਰ ਮੇਰਾ ਸੌਣ ਨਾ ਆਇਆ, ਸੌਣ ਆਇਆ ਪਰ ਮੇਰਾ ਸੌਣ ਨਾ ਆਇਆ। ਰਹੀ ਤੱਕਦੀ ਉਹਦੀਆਂ ਰਾਹਾਂ, ਸਜਦੇ ਕੀਤੇ ਤਰਲੇ ਕੀਤੇ ਤੇ ਕੀਤੀਆਂ ਬਹੁਤ ਦੁਆਵਾਂ। ਪਤਾ ਲੱਗੇ ਜੋ ਚੜਿਆ ਪਹਾੜੀ ਤੇ ਜੋ ਇੱਕ ਦੇ ਪਹਾੜ ਮੈਂ ਢਾਵਾਂ, ਪਤਾ ਲੱਗੇ ਜੋ ਚੜਿਆ ਚਬਾਰੇ ਤੇ ਮੈਂ ਬਿਨ ਪੌੜੀ ਚੜ ਜਾਵਾਂ। ਬਾਜ ਮਾਹੀ ਮੇਰਾ ਦਿਲ ਨਹੀਂ ਲੱਗਦਾ ਤੇ ਮੈਂ ਅੱਗ ਚਰਖੀ ਨੂੰ ਲਾਵਾਂ, ਭੱਜੇ ਭਾਂਡੇ ਵਾਂਗ ਵੇ ਭਿੰਡਰਾ ਮੇਰਾ ਭੰਨ ਸੁੱਟਿਆ ਸਰਨਾਮਾ, ਵੇ ਮੇਰਾ ਭੰਨ ਸੁੱਟਿਆ ਸਰਨਾਮਾ।
ਇਹ ਹੁਣ ਮੈਂ ਬੇਨਤੀ ਕਰਨਾ ਸਾਡੇ ਮਾਨਯੋਗ ਮੈਨੇਜਰ ਸਾਹਿਬ ਧੰਨ ਸਾਹਿਬ ਜੀ ਉਹਨਾਂ ਨੂੰ, ਮੰਨੇ ਪ੍ਰਮੰਨੇ ਸਾਹਿਤਕਾਰ ਬੁੱਧੀਜੀਵੀ ਬੈਠੇ ਨੇ, ਕਵੀ ਬੁੱਧੀਜੀਵੀ ਜ਼ਿਆਦਾ ਨੇ, ਸਾਡੇ ਲਈ ਖੁਸ਼ੀ ਗੱਲ ਆ। ਸਰੋਤੇ ਅਸੀਂ 4-5 ਹੈਗੇ ਆ, ਪਰ ਇਹਨਾਂ ਨੇ ਸਰੋਤਿਆਂ ਦੀ ਨੁਮਾਇੰਦਗੀ ਕਰਨ ਲਈ ਮੈਨੂੰ ਮਾਈਕ ਫੜਾ ਦਿੱਤਾ ਤੇ ਅਸੀਂ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਕਿ ਸਾਨੂੰ ਸਰੋਤਿਆਂ ਨੂੰ ਭਿੰਡਰ ਸਾਹਿਬ ਦੀ ਬਦੌਲਤ ਇਹੋ ਜਿਹੇ ਕਵੀ ਦਰਬਾਰ ਔਰ ਇਹੋ ਜਿਹੇ ਮੰਨੇ ਪ੍ਰਮੰਨੇ ਕਵੀਆਂ ਦੇ ਰੂਬਰੂ ਹੋਣ ਦਾ ਮੌਕਾ ਮਿਲ ਜਾਂਦਾ ਹੈ। ਤੇ ਅਸੀਂ ਬਹੁਤ ਹੀ ਮਤਲਬ ਆਪਣੇ ਆਪ ਨੂੰ ਸਮਝਦੇ ਹਾਂ ਕਿ ਹਰ ਕੁਆਟਰਲੀ 3 ਮਹੀਨੇ 'ਚ ਇੱਕ ਅੱਧਾ ਕਵੀ ਦਰਬਾਰ ਭਿੰਡਰ ਸਾਹਿਬ ਸਾਡੇ ਇੱਥੇ ਪਾਰਕ ਵਿੱਚ ਕਰਵਾ ਦਿੰਦੇ ਨੇ। ਤੇ ਅੱਜ ਅਸੀਂ ਇਹਨਾਂ ਦੇ ਹੋਰ ਵੀ ਬਹੁਤ ਧੰਨਵਾਦੀ ਹਾਂ। ਇਹਨਾਂ ਨੇ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਬਾਹਰ ਗਰਮੀ ਹੋਣ ਕਰਕੇ, ਖਾਸ ਕਰਕੇ ਮੈਡਮ ਜੀ ਦਾ, ਕਿ ਮੈਡਮ ਜੀ ਨੇ ਇੱਥੇ ਸਾਰਿਆਂ ਨੂੰ ਆਪਣੇ ਪਾਣੀ ਔਰ ਕੋਲਡ ਡਰਿੰਕ ਦੇ ਨਾਲ ਤੇ ਵਧੀਆ ਮਾਹੌਲ ਦੇ ਵਿੱਚ ਕਵੀ ਦਰਬਾਰ ਕਰਨ ਦਾ ਮੌਕਾ ਦਿੱਤਾ। ਤੇ ਦੂਜਾ, ਜਿੱਥੇ ਤੱਕ ਇਹ ਕਵੀ ਦਰਬਾਰ ਹੁੰਦੇ ਰਹਿਣੇ ਚਾਹੀਦੇ, ਇੱਕ ਸਮੇਂ ਦੀ ਲੋੜ ਵੀ ਹੈ, ਕਿਉਂਕਿ ਜੋ ਚੀਜ਼ ਇੱਕ ਕਲਮ ਕਰ ਸਕਦੀ ਹੈ ਉਹ ਕਿਰਪਾਨ ਜਾਂ ਤਲਵਾਰ ਨਹੀਂ ਕਰ ਸਕਦੀ। ਕਿਉਂਕਿ ਕਵੀਆਂ ਨੇ ਕਹਿੰਦੇ ਹੁੰਦੇ ਆ ਕਿ ਜੋ ਜੋਸ਼ ਭਰਨਾ ਹੁੰਦਾ ਹੈ, ਜੋ ਮੌਕੇ ਦੀਆਂ ਸਰਕਾਰਾਂ ਨੂੰ ਵੰਗਾਰਨਾ ਹੁੰਦਾ, ਉਹ ਕਵੀ ਕਰ ਸਕਦਾ। ਆਮ ਜੋ ਹੈ ਜਨ ਸਧਾਰਨ ਤਾਂ ਉਹਨਾਂ ਦੇ ਪਿੱਛੇ ਲੱਗ ਕੇ ਜੋ ਹੈ ਧਰਨਾ ਪ੍ਰਦਰਸ਼ਨ ਜਾਂ ਮੁਜ਼ਾਹਰੇ ਕਰ ਸਕਦਾ ਹੈ, ਕਿਉਂਕਿ ਮੌਕੇ ਦੇ ਹਾਲਾਤ ਇੰਨੇ ਨਾਜ਼ੁਕ ਹੁੰਦੇ ਜਾ ਰਹੇ ਨੇ, ਚਾਹੇ ਉਹ ਮਣੀਪੁਰ ਦੀ ਹਿੰਸਾ ਹੋਵੇ, ਨੂੰਹ ਹਸਾਰ ਦੇ ਵਿੱਚ ਦੰਗੇ ਹੋਣ, ਜਾਂ ਆਉਣ ਵਾਲੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ, ਜਿਵੇਂ ਪਿਛਲੀ ਵਾਰੀ ਪੁਲਵਾਮਾ ਦੇ ਵਿੱਚ 40 ਜਵਾਨ ਸ਼ਹੀਦ ਕਰਵਾ ਦਿੱਤੇ ਸੀ। ਤੇ ਇਹ ਵੀ ਖਦਸ਼ਾ ਕਿ ਇਹੋ ਜਿਹਾ ਕੋਈ ਵੱਡਾ ਘਟਨਾ ਨਾ ਵਾਪਰ ਜਾਏ। ਸਰਕਾਰਾਂ ਜੋ ਸਾਡੇ ਜਵਲੰਤ ਮੁੱਦੇ ਨੇ, ਚਾਹੇ ਉਹ ਬੇਰੁਜ਼ਗਾਰੀ, ਮਹਿੰਗਾਈ, ਅਨਪੜ੍ਹਤਾ ਜਾਂ ਸਿਹਤ ਸਹੂਲਤਾਂ ਨਾ ਮਿਲਣ ਦੀਆਂ, ਉਹਨਾਂ ਤੋਂ ਮੂੰਹ ਮੋੜਦੇ ਹੋਏ ਉਹ ਲੋਕਾਂ ਦਾ ਧਿਆਨ ਹਿੰਦੂ, ਮੁਸਲਮਾਨ, ਮੰਦਰ, ਮਸਜਿਦ ਅਤੇ ਇਹੋ ਜਿਹੇ ਹੋਰ ਮਤਲਬ ਗੈਰ ਜ਼ਰੂਰੀ ਮੁੱਦਿਆਂ ਵਿੱਚ ਭੜਕਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਧਰਮ ਦੇ ਨਾਂ ਉੱਤੇ ਵੋਟਾਂ ਬਟੋਰਨ ਦੀ ਉਹਨਾਂ ਦੀ ਚਾਲ ਹੁੰਦੀ ਹੈ। ਇਹ ਸਾਡੇ ਕਵੀਆਂ ਦਾ ਮਤਲਬ ਇਹ ਬਹੁਤ ਵੱਡਾ ਫਰਜ਼ ਹੈ ਔਰ ਪੂਰਾ ਨਿਭਾ ਵੀ ਰਹੇ ਨੇ। ਉਹ ਸਮੇਂ-ਸਮੇਂ 'ਤੇ ਸੁਚੇਤ ਕਰਦੇ ਰਹਿੰਦੇ ਨੇ ਆਪਣੀਆਂ ਕਵਿਤਾਵਾਂ ਰਾਹੀਂ। ਅਸੀਂ ਬਹੁਤ ਹੀ ਮਤਲਬ ਧੰਨਵਾਦੀ ਹਾਂ ਸਾਰੇ ਕਵੀ ਜਨਾਂ ਦਾ ਕਿ ਉਹਨਾਂ ਨੇ ਸਾਨੂੰ ਮਤਲਬ ਇਹੋ ਜਿਹੇ ਟਾਈਮ ਤੇ ਅਰਬਨ ਸਟੇਟ ਦੇ ਵਿੱਚ ਇਹੋ ਜਿਹੇ ਮਤਲਬ ਕਵੀ ਦਰਬਾਰ ਔਰ ਮਹਿਫਲਾਂ ਲਗਾ ਕੇ ਸਾਨੂੰ ਜਿਹੜਾ ਹੈ ਸੁਚੇਤ ਕਰਦੇ ਰਹਿੰਦੇ ਹਾਂ। ਤੇ ਇੱਕ ਵਾਰੀ ਫਿਰ ਅਸੀਂ ਖਾਸ ਕਰਕੇ ਭਿੰਡਰ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਇਹ ਕਵੀ ਸੁਣਨ ਦਾ। ਤੇ ਅਸੀਂ ਤਾਂ ਇਹ ਓਪਨ ਸੱਦਾ ਦਿੰਦੇ ਹਾਂ। ਦੇਸ਼ ਮੈਂ ਪਿਛਲੇ ਦਿਨੀ ਕੈਨੇਡਾ ਜਾ ਕੇ ਆਇਆ ਸੀ, ਬੱਚੇ ਕੈਨੇਡਾ ਸੀ, ਉਹਨਾਂ ਨੇ ਮਤਲਬ ਅਚਾਨਕ ਪ੍ਰੋਗਰਾਮ ਬਣਿਆ ਤੇ ਚਲੋ ਕਹਿੰਦੇ ਚਾਹੀਏ 1 ਮਹੀਨਾ ਲਾ ਕੇ ਆਇਆ ਮੈਂ ਉੱਥੇ। ਕੈਨੇਡਾ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਆਪਾਂ ਮਤਲਬ ਕਿ ਬਹੁਤ ਵਧੀਆ ਦੇਸ਼ ਹੈ, ਬਹੁਤ ਵਧੀਆ ਡਿਸਿਪਲਿਨ ਔਰ ਬੈਨਮੈਲੈਂਡ ਲੋਕ ਨੇ ਸਾਡੇ ਨਾਲੋਂ ਇੱਥੇ। ਕਿਉਂਕਿ ਉੱਥੇ ਜੇਕਰ ਕੋਈ ਮੈਂ ਦੇਖਿਆ ਪੈਦਲ ਜਾ ਰਿਹਾ ਤਾਂ ਕਾਰ ਵਾਲਾ ਰੁਕ ਜਾਂਦਾ, ਪਹਿਲਾਂ ਉਹਨੂੰ ਪਹਿਲ ਦਿੰਦੇ ਵੀ ਤੁਸੀਂ ਨਿਕਲ ਜਾਓ। ਔਰ ਜੇਕਰ ਮਾਂ ਜਾ ਰਿਹਾ, ਚਾਹੇ ਕੋਈ ਗੋਰਾ ਚਾਹੇ ਪੰਜਾਬੀ, ਇੱਕ ਦੂਜੇ ਸਮਾਈਲ ਦੇ ਨਾਲ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੋ ਜ਼ਰੂਰ ਕਰਦੇ ਨੇ। ਇੱਥੇ ਤਾਂ ਅਸੀਂ ਮੂੰਹ ਵੱਟ ਕੇ ਲੱਗ ਜਾਂਦੇ ਹਾਂ, ਪਰ ਉੱਥੇ ਬੰਦਾ ਬੰਦੇ ਦੀ ਕਦਰ ਕਰਦਾ ਹੈ। ਪਰ ਉੱਥੇ ਦੇਖੋ ਆਪਾਂ ਨੂੰ ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਗੰਦ ਪੰਜਾਬੀ ਹੀ ਜਾਂ ਸਾਡੇ ਬੰਦੇ ਉੱਥੇ ਪਾ ਰਹੇ ਨੇ। ਪਰ ਜਿਹੜੇ ਉੱਥੇ ਦੇ ਮੂਲ ਨਿਵਾਸੀ ਰਹਿਣ ਵਾਲੇ ਨੇ ਉਹ ਬਹੁਤ ਹੀ ਸੱਭਿਅਕ ਲੋਕ ਨੇ, ਉਹ ਬੰਦੇ ਔਰ ਬੰਦੇ ਦੀ ਕਦਰ ਕਰਦੇ ਨੇ ਔਰ ਮਤਲਬ ਬਹੁਤ ਹੀ ਡਿਸਿਪਲਿਨਡ ਔਰ ਡੈਡੀਕੇਸ਼ਨ ਵਾਲੇ ਬੰਦੇ ਨੇ। ਸਾਨੂੰ ਉਹਨਾਂ ਨੂੰ ਸਿੱਖਣਾ ਚਾਹੀਦਾ। ਤੇ ਉਹਨਾਂ ਦੇ ਜਿਹੜੇ ਸਾਡੇ ਬੱਚੇ ਜਾ ਕੇ ਉੱਥੇ ਉਹਨਾਂ ਨੂੰ ਫਰੀਡਮ ਮਿਲ ਜਾਂਦੀ। +2 ਕਰਕੇ ਬੱਚੇ ਆਈਲੈਟਸ ਕਰਕੇ ਪਹੁੰਚ ਜਾਂਦੇ ਨੇ ਉੱਥੇ। ਮੈਂ ਦੇਖਿਆ ਉੱਥੇ ਕਿ ਬੱਚੇ ਸ਼ਾਮ ਨੂੰ ਮਤਲਬ ਢਾਣੀਆਂ ਦੇ ਵਿੱਚ ਖੜ ਕੇ ਮੌਲਾਂ ਦੇ ਵਿੱਚ ਜੋ ਹੜਦੰਗ ਬਚਾਉਂਦੇ ਨੇ, ਕਿਉਂਕਿ ਉਹਨਾਂ ਨੂੰ ਮਾਂ-ਬਾਪ ਦਾ ਕੋਈ ਡਰ ਨਹੀਂ ਹੁੰਦਾ। ਮਾਂ-ਬਾਪ ਦੇ ਖੂਨ ਪਸੀਨੇ ਦੀ ਕਮਾਈ ਨਾਲ ਉੱਥੇ ਪੜ੍ਹਨ ਤਾਂ ਗਏ ਹੋਏ ਨੇ, ਪਰ ਉੱਥੇ ਵੀ ਮੰਦੀ ਦੇ ਹਾਲਾਤ ਹੋਣ ਕਰਕੇ ਬੱਚਿਆਂ ਨੂੰ ਪ੍ਰੋਪਰ ਕੰਮ ਨਹੀਂ ਮਿਲ ਰਿਹਾ। ਉਹ ਵੀ ਕੋਈ ਬੇਰੁਜ਼ਗਾਰੀ ਦੇ ਵਿੱਚ ਬਹੁਤ ਹੀ ਡਿਪਰੈਸ਼ਨ ਦੇ ਵਿੱਚ ਰਹਿ ਰਹੇ ਨੇ, ਕਿਉਂਕਿ ਜਿਹੜੇ ਤਾਂ ਰੱਜਦੇ ਪੁੱਜਦੇ ਘਰਾਂ ਦੇ ਬੱਚੇ ਨੇ ਉੱਥੇ ਉਹ ਕਾਰਾਂ ਲੈ ਕੇ ਘੁੰਮਦੇ ਨੇ, ਗੇੜੀਆਂ ਲਾਉਂਦੇ ਨੇ ਅਤੇ ਹੜਦੰਗ ਮਚਾਉਂਦੇ ਨੇ ਮਤਲਬ। ਪਰ ਜਿਹੜੇ ਆਮ ਘਰਾਂ ਦੇ ਬੱਚੇ ਗਏ ਨੇ, ਕਰਜ਼ਾ ਚੁੱਕ ਕੇ ਪਹੁੰਚ ਗਏ, ਉਹਨਾਂ ਨੂੰ ਕੰਮ ਮਿਲ ਨਹੀਂ ਰਿਹਾ ਸਟੂਡੈਂਟ ਹੋਣ ਦੇ ਨਾਤੇ। ਉਹਨਾਂ ਨੂੰ ਤਾਂ ਕਾਫੀ ਡਿਪਰੈਸ਼ਨ ਦਾ ਸ਼ਿਕਾਰ ਵੀ ਨੇ, ਕਿਉਂਕਿ ਮੰਦੀ ਛਾਈ ਹੋਈ ਹੈ। ਕਰਜ਼ੇ ਦੀਆਂ ਕੀਮਤਾਂ, ਇੰਟਰਸਟ ਜਿਹੜੇ ਨੇ, ਵਿਆਜ ਵੱਧ ਰਹੇ ਨੇ ਤੇ ਜਿਹੜੇ ਕੰਮ ਦੇ ਘੰਟੇ ਉਹ ਮਿਲ ਨਹੀਂ ਰਹੇ ਪੂਰੇ। ਤੇ ਸਾਡਾ ਜਿਹੜੇ ਉੱਥੇ ਬੱਚੇ ਗਏ ਹੋਏ ਨੇ ਉਹਨਾਂ ਲਈ ਬਹੁਤ ਹੀ ਇਹ ਸਮੇਂ ਜਿਹੜਾ ਹੈ ਨਾ ਕਹਿ ਲਓ ਕਿ ਸੰਘਰਸ਼ ਵਾਲਾ ਸਮਾਂ ਹੈ। ਡਿਪਰੈਸ਼ਨ ਦੇ ਵਿੱਚ ਬਹੁਤ ਬੱਚੇ ਨੇ, ਕਿਉਂਕਿ ਮੇਰੀ ਆਦਤ ਜਦੋਂ ਵੀ ਮਾਲ ਵਿੱਚ ਕਿਤੇ ਘੁੰਮਣ ਫਿਰਨ ਜਾਈਦਾ ਸੀ ਤੇ ਬੱਚੇ ਜਿਹੜੇ ਕੰਮ ਕਰਦੇ ਨੇ ਜ਼ਿਆਦਾਤਰ ਪੰਜਾਬੀ ਬੱਚੇ ਨੇ, ਕਿਉਂਕਿ ਉਹਨਾਂ ਦੀ ਸ਼ਕਲ ਤੋਂ, ਮੁਹਾਂਦਰੇ ਤੋਂ ਪਤਾ ਲੱਗ ਜਾਂਦਾ। ਗੱਲ ਕਰਦੇ ਸੀ ਤੇ ਬੱਚੇ ਕਹਿੰਦੇ ਅੰਕਲ ਜੀ ਪੁੱਛੋ ਨਾ, ਅਸੀਂ ਤਾਂ ਬਹੁਤ ਦੁਖੀ ਹਾਂ। ਕਿਉਂਕਿ ਉੱਥੇ ਪੰਜਾਬ ਦੇ ਵਿੱਚ ਪਾਣੀ ਦਾ ਗਲਾਸ ਚੱਕ ਕੇ ਨਹੀਂ ਪੀਤਾ ਹੁੰਦਾ ਜੀ। ਇੱਥੇ ਸ਼ਿਫਟਾਂ ਲਾਉਣ ਲਈ ਦਿਨ ਰਾਤ ਸਾਨੂੰ ਇਹ ਕਰਨਾ ਪੈ ਰਿਹਾ, ਭੱਜੇ ਨੱਠੇ ਫਿਰਦੇ ਨੇ। ਪਰ ਫਿਰ ਵੀ ਜੋ ਆਸਾਂ ਉਮੀਦਾਂ ਲਾ ਕੇ ਉਹਨਾਂ ਦੇ ਪੇਰੈਂਟਸ ਨੇ ਭੇਜਿਆ ਉਹਨਾਂ ਤੇ ਉਹ ਅਸੀਂ ਕਹਿੰਦੇ ਪੂਰਾ ਨਹੀਂ ਉਤਰ ਪਾ ਰਹੇ, ਕਿਉਂਕਿ ਪੂਰਾ ਕੰਮ ਹੀ ਨਹੀਂ ਮਿਲ ਰਿਹਾ ਉੱਥੇ। ਤੇ ਉਹ ਜੇਕਰ ਕਹੋ ਕਿ ਸਕੂਲ ਦੀਆਂ ਫੀਸਾਂ ਦੇ ਇੱਕ ਪਾਸੇ, ਕਿਰਾਏ ਇੰਨੇ ਜ਼ਿਆਦਾ ਵੱਧ ਗਏ ਨੇ, ਉਹ ਬੇਸਮੈਂਟਾਂ ਵਿੱਚ ਬੱਚੇ ਰਹਿੰਦੇ ਨੇ, ਛੋਟੇ ਛੋਟੇ ਘੁਰਨੇ ਬਣਾਏ ਹੋਏ ਨੇ, 8x8 ਦੇ 10x10 ਦੇ।
3-3 4-4 ਬੱਚੇ ਉਹਨਾਂ ਦੇ ਵਿੱਚ ਰਹਿੰਦੇ ਨੇ, ਜਿਵੇਂ ਬਿਹਾਰੀ ਮਜ਼ਦੂਰ ਪ੍ਰਵਾਸੀ ਇੱਥੇ ਰਹਿ ਰਹੇ ਨੇ ਨਾ ਛੋਟੇ ਛੋਟੇ ਕਮਰਿਆਂ ਵਿੱਚ, ਉਹੋ ਜਿਹੇ ਹਾਲਾਤ ਉੱਥੇ ਬੱਚਿਆਂ ਦੇ ਨੇ ਜਿਹੜੇ ਕਿ ਬਹੁਤ ਹੀ ਮਤਲਬ ਤਰਸਯੋਗ ਹਾਲਤ ਹੈ। ਤੇ ਪਰ ਫਿਰ ਵੀ ਸਾਡੀ ਦੌੜ ਲੱਗੀ ਹੋਈ ਹੈ ਕਿ ਇੱਥੋਂ ਭੱਜ ਕੇ ਅਸੀਂ ਮਤਲਬ ਕਿ ਅਮਰੀਕਾ, ਕੈਨੇਡਾ ਔਰ ਯੂਰਪ ਕੰਟਰੀ ਵਿੱਚ ਚਲੇ ਜਾਈਏ। ਪਰ ਸਾਡਾ ਆਪਣਾ ਦੇਸ਼ ਜੋ ਬਹੁਤ ਸੋਹਣਾ, ਕਿਉਂ ਕੈਨੇਡਾ ਦੇ ਵਿੱਚ ਮੈਂ ਦੇਖਿਆ ਕਿ 6 ਮਹੀਨੇ ਉੱਥੇ ਬਰਫ਼ ਪੈਂਦੀ ਹੈ, 6 ਮਹੀਨੇ ਹੁੰਦੇ ਆ ਕੰਮਕਾਰ ਵਧੀਆ ਕਰਨ ਦੇ। ਔਰ ਸਾਡਾ ਤਾਂ ਇੰਡੀਆ ਔਰ ਖਾਸ ਕਰਕੇ ਪੰਜਾਬ ਦਾ ਤਾਂ ਵਾਤਾਵਰਨ ਔਰ ਇੰਨਾ ਵਧੀਆ ਹੈ ਕਿ ਇੱਥੇ ਤਾਂ 12 ਮਹੀਨੇ ਅਸੀਂ ਬਹੁਤ ਹੀ ਮਤਲਬ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਬਤੀਤ ਕਰ ਸਕਦੇ ਹਾਂ। ਪਰ ਸਾਡੇ ਮੌਕੇ ਦੀਆਂ ਸਰਕਾਰਾਂ ਨੇ ਮਤਲਬ ਕਿ ਨੌਜਵਾਨੀ ਦਾ ਜੋ ਸੁਪਨੇ ਸੀ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਨਾਲ ਚੱਕਣਾ ਸ਼ੁਰੂ ਕਰਤਾ, ਉਹਨਾਂ ਨੂੰ ਮੁਹੱਈਏ ਔਰ ਮੌਕੇ ਪ੍ਰਦਾਨ ਨਹੀਂ ਕਰ ਰਿਹਾ ਕਿ ਉਸ ਸਮੇਂ 'ਤੇ ਆਪਣੇ ਜੋ ਉਹਨਾਂ ਦਾ ਪ੍ਰਤਿਭਾ ਹੈ ਇੱਥੇ ਨਿਖਾਰਨ ਦਾ ਮੌਕਾ ਮਿਲੇ ਤੇ ਇੱਥੇ ਰਹਿ ਕੇ ਇਸ ਵਧੀਆ ਪੰਜਾਬ ਨੂੰ, ਵਧੀਆ ਭਾਰਤ ਨੂੰ ਸਵਰਗ ਬਣਾ ਸਕਣ। ਤੇ ਇਹ ਸਾਡੀਆਂ ਸਮੇਂ ਦੀ ਸਰਕਾਰਾਂ ਨੂੰ ਔਰ ਖਾਸ ਕਰਕੇ ਜੋ ਸਾਡੇ ਸਾਹਿਤਕਾਰ ਨੇ ਉਹਨਾਂ ਨੂੰ ਵੀ ਇਹਦੇ ਵੱਲ ਧਿਆਨ ਦੇ ਕੇ ਬਹੁਤ ਜ਼ਿਆਦਾ ਮਤਲਬ ਕੰਮ ਕਰਨ ਦੀ ਲੋੜ ਹੈ। ਤਾਂ ਇੱਕ ਵਾਰ ਫਿਰ ਤੁਸੀਂ ਸਾਨੂੰ ਇਹ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ, ਕਵੀਆਂ ਨੂੰ ਸਾਡੀ ਕਵਿਤਾਵਾਂ ਸੁਣਨ ਦਾ ਮੌਕਾ ਦਿੱਤਾ, ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਖਾਸ ਕਰਕੇ ਭਿੰਡਰ ਪਟਵਾਰੀ ਸਾਹਿਬ ਦਾ। ਸਮਾਪਤ ਆ। ਆਪਾਂ ਹੁਣ ਉੱਥੇ ਪਾਰਕ 'ਚ ਜਾਣਾ ਤੇ ਉੱਥੇ ਬੀਬਾ ਜੀ ਨੇ ਆਪਣੇ ਬੱਚੇ ਇਹਨਾਂ ਦੇ ਨਾਲ ਨਾਟਕ ਲਈ ਆਏ ਆ, ਇਹ ਆਪਣਾ ਕੋਈ ਨਾਟਕ ਦਿਖਾਉਣਗੇ ਆਪਾਂ ਨੂੰ, ਉਸ ਤੋਂ ਬਾਅਦ ਫਿਰ ਪੂਰੀ ਸਮਾਪਤੀ ਕਰਾਂਗੇ। ਤੇ